ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਸ੍ਰੀ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਧੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਦਿਆ ਦਈ ਸਿਖਾਏ ਸ਼ੁਭ, ਬਾਣੀ ਪੜ੍ਹਬੇ ਕੇਰ। ਵਾਚਕ ਹੋਏ ਸਗਲ ਕੇ, ਪੜ੍ਹਤ ਨਾ ਲਾਭਤ ਦੇਰ। ਵਿਦਿਆ ਦਈ ਸਿਖਾਏ ਸ਼ੁਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਰੱਬੀ ਦਰਬਾਰ ਦੀਆਂ ਸੰਗਤੀ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਤ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਹਜੂਰ ਦੀ ਗੋਦੀ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਗਾਇਨ ਸੰਗਤੀ ਰੂਪ ਵਿੱਚ ਆਪ ਜੀ ਕਰ ਰਹੇ ਸੀ। ਆਓ ਕੁਝ ਸਮਾਂ ਜੋ ਰੋਜ਼ਾਨਾ ਨੇਮ ਹੈ ਇਸ ਅਸਥਾਨ ਦਾ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਉਸੇ ਹੀ ਸਤਿਗੁਰੂ ਦੇ ਪਵਿੱਤਰ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਦੇ ਇਸ ਸੰਧਿਆ ਦੀਵਾਨ ਅੰਦਰ, ਜਿਵੇਂ ਕਿ ਕੱਲ੍ਹ ਜੀ ਆਪ ਸਰਵਣ ਕਰ ਰਹੇ ਸੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਦੇ ਤਕਾਜ਼ੇ ਨਾਲ ਉਹਨਾਂ ਨੂੰ ਵਿਦਿਆ ਦੇਣ ਦਾ ਜੋ ਪ੍ਰਬੰਧ ਸੀ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪਿਆ ਗਿਆ ਕਿ ਇਸ ਬਾਲ ਦੀ ਰਹਿਨੁਮਾਈ ਤੁਸਾਂ ਕਰਨੀ ਹੈ।
ਇਹ ਜੋ ਵਿਦਿਆ ਦੀ ਦਾਤ ਹੈ ਤੁਹਾਡੇ ਕੋਲੋਂ ਇਹ ਪ੍ਰਾਪਤ ਕਰਨਗੇ। ਬਾਬਾ ਜੀ ਨੇ ਵਿਦਿਆ ਸਿਖਾਈ, ਗੁਰਮੁਖੀ ਦੇ ਅੱਖਰ ਸਿਖਾਏ। ਸਿਖਾਉਣ ਤੋਂ ਬਾਅਦ ਆਪਣਾ ਸੀਸ ਫਿਰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਬਖਸ਼ਿਸ਼ ਮੰਗੀ। ਸਤਿਗੁਰੂ ਕਿਰਪਾ ਕਰਿਓ, ਮੈਂ ਅਨਪੜ੍ਹ ਜਿਹਾ ਆਦਮੀ ਹਾਂ, ਮੇਰੇ ਅੰਦਰ ਕੋਈ ਬਹੁਤੀਆਂ ਚਤਰਾਈਆਂ ਨਹੀਂ, ਕੋਈ ਸਿਆਣਪ ਨਹੀਂ। ਅਸੀਂ ਉਸ ਨੂੰ ਸਫਲ ਮੰਨਦੇ ਹਾਂ ਜਿਹੜਾ ਚੰਗੀ ਤਰ੍ਹਾਂ ਧੋਖਾ ਦੇਣਾ ਜਾਣਦਾ ਹੋਵੇ, ਚਾਤਰ ਹੋਵੇ। ਕਈ ਤਰ੍ਹਾਂ ਕਰਕੇ ਉਹ ਦੁਨੀਆ ਨੂੰ ਮੂਰਖ ਬਣਾ ਲਏ, ਉਸੇ ਨੂੰ ਕਹਿੰਦੇ ਬੰਦਾ ਬੜਾ ਸਿਆਣਾ ਹੈ। ਪਰ ਜਿਸ ਦਰਗਾਹ ਦੇ ਵਿੱਚ ਜਾ ਕੇ ਲੇਖਾ ਦੇਣਾ ਹੈ, ਉੱਥੇ ਇਹੋ ਜਿਹਾ ਲੇਖਾ ਨਹੀਂ ਪ੍ਰਵਾਨ ਯਾਦ ਰੱਖਣਾ। ਭੋਲੇ ਭਾਏ ਮਿਲੇ ਰਘੁਰਾਇਆ, ਉੱਥੇ ਭੋਲੇ ਭਾ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਅੰਦਰ ਕੋਈ ਛਲ ਕਪਟ ਨਾ ਹੋਏ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਇਹ ਜਿਹੜੇ ਬਾਹਰੋਂ ਟੋਏ ਟਿੱਬੇ ਪਾਉਣ ਦਾ ਅਰਥ ਹੈ ਜਿਹੜੀ ਤੂੰ ਤਲੀਮ ਲੈ ਕੇ ਦੁਨੀਆ ਦੇ ਕੋਲੋਂ ਸੰਸਾਰ ਨੂੰ ਮੂਰਖ ਬਣਾਉਣਾ ਪਿਆ ਹੈ, ਇਹਨਾਂ ਟੋਇਆਂ ਟਿੱਬਿਆਂ ਨੂੰ ਪੱਧਰੇ ਕਰ, ਮਨ ਨੂੰ ਮੈਦਾਨ ਕਰ। ਉਹ ਮਨ ਮੈਦਾਨ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਜੀ। ਹਰ ਤਰ੍ਹਾਂ ਦੀ ਵਿਦਿਆ ਦੇ ਕਰਤਾ ਨੇ, ਬ੍ਰਹਮ ਗਿਆਨੀ ਗੁਰਮੁਖ ਨੇ, ਪਰ ਫਿਰ ਵੀ ਆਪਣੇ ਆਪ ਨੂੰ ਜਣਾਉਂਦੇ ਨਹੀਂ ਤੇ ਸਗੋਂ ਹਾਸੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਵੀ ਤਾਂ ਆਪਣੇ ਆਪ ਨੂੰ ਛੁਪਾਇਆ ਹੀ ਹੋਇਆ, ਤੁਸੀਂ ਕਿਹੜਾ ਸਿੱਖਾਂ ਅੱਗੇ ਆਪਣੇ ਆਪ ਨੂੰ ਪ੍ਰਗਟ ਕਰਦੇ ਹੋ। ਜਿਸ ਸਮਰੱਥਾ ਦੇ ਤੁਸੀਂ ਮਾਲਕ ਹੋ, ਲੋਕ ਤਾਂ ਤੁਹਾਨੂੰ ਜਾਣ ਹੀ ਨਹੀਂ ਸਕੇ ਤੇ ਤੁਸੀਂ ਮੇਰੇ ਤਾਂ ਹੀ ਵਡਿਆ ਰਹੇ ਹੋ। ਐਸੇ ਪਰਸਪਰ ਗੁਰਸਿੱਖਾਂ ਦੇ ਕੋਲ ਬੈਠ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਦੀਵਾਨ ਲੱਗਾ ਹੈ। ਉਸ ਲੱਗੇ ਹੋਏ ਦੀਵਾਨ ਦੀ ਅਗਲੀ ਵਾਰਤਾ ਅੱਜ ਕਥਾ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਆਓ ਇੱਕ ਵਾਰੀ ਸੀਸ ਨੂੰ ਗੁਰੂ ਚਰਨਾਂ ਵਿੱਚ ਝੁਕਾਈਏ, ਰਸਨਾ ਪਵਿੱਤਰ ਕਰਦੇ ਹਾਂ। ਸੀਸ ਬਖਸ਼ੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਿਦਿਆ ਦਈ ਸਿਖਾਏ ਸ਼ੁਭ, ਬਾਣੀ ਪੜ੍ਹਬੇ ਕੇਰ। ਬਾਬਾ ਬੁੱਢਾ ਸਾਹਿਬ ਜੀ ਨੇ ਜੋ ਕੁਝ ਵੀ ਉਹਨਾਂ ਦੇ ਕੋਲ ਸੀ, ਜੋ ਸ਼ੁਭ ਵਿਦਿਆ ਸੀ, ਜੋ ਅਖਰੀ ਗਿਆਨ ਸੀ, ਜੋ ਪਰਮਾਰਥ ਦਾ ਗਿਆਨ ਸੀ, ਉਹ ਸਾਰਾ ਹੀ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਸਿਖਾ ਦਿੱਤਾ, ਯੋਗ ਕਰ ਦਿੱਤਾ। ਹੁਣ ਉਹ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਗੁਰੂ ਬਾਣੀ ਨੂੰ ਬੜੇ ਸਰਲ ਢੰਗ ਦੇ ਨਾਲ ਪੜ੍ਹਦੇ ਹਨ। ਵਾਚਕ ਹੋਏ ਸਗਲ ਕੇ ਪੜ੍ਹਤ ਨਾ ਲਾਵਤ ਦੇਰ। ਦੇਰ ਨਹੀਂ ਲੱਗਦੀ, ਜਿਤਨੀਆਂ ਵੀ ਪੋਥੀਆਂ ਲੈ ਆਓ ਬੜੇ ਆਸਾਨ ਢੰਗ ਦੇ ਨਾਲ ਸਰਲ ਤਰੀਕੇ ਨਾਲ ਪੜ੍ਹ ਕੇ ਸੁਣਾ ਦਿੰਦੇ ਹਨ। ਸ਼ਾਸਤਰਨ ਕੀ ਵਿਦਿਆ ਮਹਾ ਤਿਸ ਕੋ ਬਾਰ ਦੇ ਦੀਨ। ਔਰ ਜਿਹੜੀ ਸ਼ਾਸਤਰਾਂ ਦੀ ਵਿਦਿਆ ਸੀ, ਸ਼ਸਤਰ ਜੰਤਰ ਮੰਤਰ ਤੰਤਰ ਕੁਛ ਪੜ੍ਹਨ ਦੇ ਨਾਲ ਸੰਬੰਧ ਰੱਖਦੇ ਨੇ, ਕੁਝ ਇਸ ਸਰੀਰ ਦੇ ਨਾਲ ਹੱਥ ਰੱਖ ਸੰਬੰਧ ਰੱਖਦੇ ਨੇ, ਕੁਝ ਸ਼ਸਤਰ ਉਹ ਨੇ ਜਿਹੜੇ ਸਰੀਰ ਤੋਂ ਦੂਰ ਰੱਖ ਕੇ ਚਲਾਏ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਹੁਣ ਸ਼ਸਤਰਾਂ ਦੀ ਵਿਦਿਆ ਦਾ ਵਰ ਦਿੱਤਾ ਹੈ ਬਾਲ ਹਰਗੋਬਿੰਦ ਸਾਹਿਬ ਨੂੰ। ਆਪਣੀ ਨਿਗਰਾਨੀ ਆਪਣੇ ਹੱਥੀਂ ਸ਼ਸਤਰ ਵਿਦਿਆ ਦਿੰਦੇ ਹਨ। ਬਾਣ ਪ੍ਰਹਾਰਨ ਅਨਕ ਬਿਦ ਐਂਚਨ ਧਨੁਖ ਪਰਬੀਨ। ਚੰਗੀ ਤਰ੍ਹਾਂ ਦੱਸਦੇ ਨੇ, ਦੇਖੋ ਸਾਹਿਬਜ਼ਾਦਾ ਜੀ ਆਹ ਤਰੀਕਾ ਹੈ ਅਸਲੀ ਧਨੁਖ ਨੂੰ ਪਕੜਨ ਦਾ। ਇਸ ਤਰ੍ਹਾਂ ਪਕੜ ਬਣਾਈ ਦੀ ਏ, ਇਹਦੀ ਤੰਦੀ ਨੂੰ ਇਸ ਤਰ੍ਹਾਂ ਚੜਾ ਕੇ ਖਿੱਚੀਦਾ ਪਕੜ ਕੇ, ਤੇ ਆਹ ਪੋਜੀਸ਼ਨ ਹੈ ਜਿਸ ਤਰ੍ਹਾਂ ਖਲੋ ਕੇ ਇਸ ਕਮਾਨ ਨੂੰ ਚਲਾਈਦਾ ਹੈ। ਖੜਗ ਪ੍ਰਹਾਰਨ ਸਿਪਰ ਗਹਿ ਤਨ ਬਚਾਏ ਕਰਦਾਵ। ਜੇ ਜੰਗੇ ਮੈਦਾਨ ਦੇ ਵਿੱਚ ਕਿਰਪਾਨ ਟੁੱਟ ਜਾਏ ਤੇ ਕੱਲੀ ਢਾਲ ਕੋਲ ਰਹਿ ਜਾਏ, ਫਿਰ ਕਿਹੜਾ ਤਰੀਕਾ ਹੈ ਵੈਰੀ ਕੋਲੋਂ ਵਾਰ ਬਚਾਉਣ ਦਾ। ਉਹ ਬਾਬਾ ਬੁੱਢਾ ਸਾਹਿਬ ਆਪ ਦੱਸਦੇ ਨੇ ਕਿ ਆਹ ਪੈਂਤੜਾ ਹੈ, ਇਸ ਤਰ੍ਹਾਂ ਘੁੰਮ ਕੇ ਅੱਗੇ ਢਾਲ ਨੂੰ ਕਰ ਦਈਦਾ ਹੈ। ਇਦ ਉਤ ਹੋ ਮਨ ਸਮੁਖ ਪੁਨ ਗਨ ਸ਼ਤਰਨ ਕਰ ਕਾਵ। ਹਾਂ, ਇੱਧਰ ਉਧਰ ਹੋ ਕੇ ਭਾਵ ਪੈਂਤੜੇ ਬਾਜੀ ਵਿੱਚ ਪਟੇ ਬਾਜੀ ਨੂੰ ਖੇਲਦਿਆਂ ਹੋਇਆਂ ਕਿਵੇਂ ਵੈਰੀ ਨੂੰ ਨੁਕਸਾਨ ਪਹੁੰਚਾਉਣਾ ਹੈ, ਕਿਸ ਤਰੀਕੇ ਨਾਲ ਆਪ ਬਚਣਾ ਹੈ, ਵਾਰ ਨੂੰ ਬਚਾਉਂਦਿਆਂ ਸਗੋਂ ਵੈਰੀ ਨੂੰ ਜ਼ਖਮ ਦੇਣਾ ਹੈ। ਸਵਈਆ ਹੋਣ ਮਹਾ ਅਸਵਾਰ ਤੁਰੰਗਮ ਦੀਰਘਸ਼ਾਲ ਕੋਦਾਏ ਪਜਾਮੈ। ਵਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ, ਤੁਸੀਂ ਘੋੜਾ ਸਵਾਰੀ ਦੇ ਵਿੱਚ ਬੜੇ ਕੁਸ਼ਲ ਹੋਵੋਗੇ,
ਬੜੇ ਤਗੜੇ ਘੋੜਾ ਸਵਾਰ ਹੋਵੋਗੇ। ਜੰਗੇ ਮੈਦਾਨ ਦੇ ਵਿੱਚ ਛਾਲਾਂ ਮਰਾ ਕੇ ਘੋੜੇ ਨੂੰ ਮੈਦਾਨ ਵਿੱਚੋਂ ਬਾਹਰ ਲਿਜਾਇਆ ਕਰੋਗੇ। ਫੇਰਨ ਮੰਡਲ ਕੇਰ ਪਰਮਾਮਨ ਲੈ ਵਰਸ਼ਾ ਔਰ ਔਰ ਚਲਾਮ। ਔਰ ਉਸ ਸਮੇਂ ਦੀ ਸਿੱਖਿਆ ਜੋ ਜੰਗੇ ਮੈਦਾਨ ਵਿੱਚ ਚਾਹੀਦੀ ਸੀ, ਕਹਿਣ ਲੱਗੇ ਇਸ ਤਰ੍ਹਾਂ ਘੋੜੇ ਤੇ ਬੈਠ ਕੇ ਘੋੜਾ ਭਜਾਈਦਾ ਹੈ ਤੇ ਦੂਰੋਂ ਜਦੋਂ ਵੈਰੀ ਪ੍ਰਹਾਰ ਕਰਦਾ ਤੀਰ ਦੇ ਨਾਲ ਕੋਲ ਨਹੀਂ ਜਾਈਦਾ। ਸਾਹਿਬਜ਼ਾਦਾ ਜੀ ਦੂਰ ਤੋਂ ਵਰਸ਼ਾ ਚਲਾ ਕੇ ਮਾਰੀਦਾ ਹੈ। ਜਦੋਂ ਵੀ ਜੰਗ ਹੁੰਦੀ ਹੈ ਦੋਵਾਂ ਪਾਸਿਆਂ ਤੋਂ ਪਹਿਲਾਂ ਦੂਰ ਤੋਂ ਤੀਰਾਂ ਦੇ ਨਾਲ ਪ੍ਰਹਾਰ ਕੀਤਾ ਜਾਂਦਾ ਸੀ। ਉਸ ਸਮੇਂ ਦੇ ਮੁਤਾਬਕ ਜਦੋਂ ਕੁਝ ਦੂਰੀ ਤੇ ਕੋਲ ਆ ਜਾਣਾ ਫਿਰ ਦੂਰੋਂ ਚਲਾ ਕੇ ਇੱਕ ਦੂਸਰੇ ਤੇ ਨੇਜੇ ਸੁੱਟਣੀਆਂ, ਬਰਛੀਆਂ ਮਾਰਨੀਆਂ। ਜਦੋਂ ਕੋਲ ਆ ਜਾਣਾ ਫਿਰ ਢਾਲ ਤੇ ਤਲਵਾਰ ਦੀ ਜੰਗ ਹੁੰਦੀ ਸੀ ਤੇ ਜਦੋਂ ਲੜਦਿਆਂ ਸ਼ਸਤਰ ਟੁੱਟ ਜਾਣੇ ਫਿਰ ਗੁੱਥਮ ਗੁੱਥੇ ਦੀ ਲੜਾਈ ਵੀ ਹੁੰਦੀ ਸੀ। ਭਾਈ ਸ਼ੰਗੋ ਸਾਹ ਜਦੋਂ ਭੰਗਾਣੀ ਦੇ ਜੰਗ ਵਿੱਚ ਲੜਦਿਆਂ ਤਲਵਾਰ ਟੁੱਟੀ, ਉਸ ਸਮੇਂ ਪਠਾਣਾ ਦੇ ਨਾਲ ਗੁੱਥਮ ਗੁੱਥਾ ਵੀ ਹੋਏ। ਬਲ ਚਾਹੀਦਾ ਸਰੀਰ ਦੇ ਵਿੱਚ ਲੜਨ ਵਾਸਤੇ। ਠੀਕ ਹੈ, ਹਥਿਆਰ ਬੜਾ ਵਧੀਆ ਹੈ, ਪਰ ਕਿਸੇ ਸਮੇਂ ਹਥਿਆਰ ਵੀ ਧੋਖਾ ਦੇ ਜਾਏ ਤੇ ਪਾਤਸ਼ਾਹ ਨੇ ਬਚਨ ਕਿ ਸਿੱਖ ਬਲਵਾਨ ਹੋਣਾ ਚਾਹੀਦਾ ਹੈ। ਸਰੀਰਕ ਤੌਰ ਤੇ ਉਹਦਾ ਜੁੱਸਾ, ਉਹਦਾ ਸਰੀਰਕ ਬਲ ਵੀ ਉਹਦੇ ਕੋਲ ਹੋਣਾ ਚਾਹੀਦਾ ਹੈ। ਤਾਂ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਮੱਲ ਖਾੜੇ ਬਣਾਏ ਸਨ ਔਰ ਉਦੋਂ ਦੇ ਬੱਚਿਆਂ ਨੂੰ ਜਿੱਥੇ ਬਾਲ ਵਿੱਦਿਆ ਸਿਖਾਉਣੀ ਉਸ ਤੋਂ ਬਾਅਦ ਉਹਨਾਂ ਦੇ ਘੋਲ ਕਰਾਉਣੇ ਤਾਂ ਕਿ ਤੁਹਾਨੂੰ ਕਿਸੇ ਦੀ ਗੁਲਾਮੀ ਨਾ ਕਰਨੀ ਪਵੇ। ਆਹ ਤੋ ਪਹੰਗ ਗਹੇ ਕਰ ਤਿਆਰ ਭਲਾਵਤ ਜਾਤ ਛੁਟੇਰੇ ਪਕਾਵੇ। ਕਹਿਣ ਲੱਗੇ ਇਸ ਤਰ੍ਹਾਂ ਘੋੜੇ ਤੇ ਬੈਠ ਕੇ ਜਦੋਂ ਤੁਸੀਂ ਇਹ ਸਵਾਰੀ ਕਰੋਗੇ, ਜੰਗੇ ਮੈਦਾਨ ਵਿੱਚ ਜਦੋਂ ਘੋੜਾ ਨਸਾਓਗੇ ਤੇ ਭੱਜਦੇ ਹੋਏ ਘੋੜੇ ਤੇ ਤਲਵਾਰ ਕਿਵੇਂ ਚਲਾਈ ਦੀ, ਰਕਾਬਾਂ ਤੇ ਭਾਰ ਪਾ ਕੇ ਕਿਵੇਂ ਅਗਲੇ ਪਾਸੇ ਹੋ ਕੇ ਵੈਰੀ ਤੇ ਵਾਰ ਕਰੀਦਾ, ਸਾਰਾ ਦੱਸਦੇ ਹਨ। ਔ ਜਿਤੇ ਇਤਿਆਦਕ ਜੇ ਬਰ ਦੇ ਤਪਾਇਓ ਸੋ ਕਰੇ ਬਿਨ ਆਵੇ। ਕਹਿਣ ਲੱਗੇ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜਿਤਨੀ ਵੀ ਉਹਨਾਂ ਦੇ ਕੋਲ ਸਿੱਖਿਆ ਸੀ ਵਰ ਰੂਪ ਦੇ ਅੰਦਰ ਸਾਰੀ ਹੀ ਪਾਤਸ਼ਾਹ ਨੂੰ ਸਿਖਾ ਦਿੱਤੀ। ਦਿਓ ਸਪਰਤੀ ਹਰ ਗੋਬਿੰਦ ਚੰਦ ਬਿਲੰਦ ਸਰੀਰ ਆਨੰਦ ਬਿਰਧ ਹਵੇ। ਇਸ ਤਰ੍ਹਾਂ ਕਹਿੰਦੇ ਦਿਨੋਂ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਰੀਰ ਜਿਹੜਾ ਵੱਧ ਫੁੱਲ ਰਿਹਾ ਹੈ। ਸਿੱਖਿਆ ਸਾਰੇ ਤਰ੍ਹਾਂ ਦੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਭਵਿੱਖ ਦੀਆਂ ਵਿਚਾਰਾਂ ਹੁੰਦੀਆਂ ਨੇ, ਆਉਣ ਵਾਲੇ ਸਮੇਂ ਲਈ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਨੰਦਨ ਕੋ ਪਿਖ ਗੰਗ ਉਮੰਗਤ ਆਪ ਸੁਨਾਏ ਨਿਜ ਪਾਸ ਪੜਾਵੇ। ਮਾਤਾ ਗੰਗਾ ਜੀ ਰੋਜ਼ ਦੇਖਦੇ ਨੇ ਸਤਿਗੁਰਾਂ ਨੂੰ ਅਭਿਆਸ ਕਰਦਿਆਂ। ਕਦੇ ਤੇ ਉਹ ਬਾਲ ਆਪਣੇ ਹੱਥ ਵਿੱਚ ਪੋਥੀ ਲੈ ਕੇ ਪੜ੍ਹਦੇ ਨੇ ਤੇ ਕਦੇ ਉਹ ਕਿਰਪਾਨ ਚਲਾਉਣ ਦਾ ਅਭਿਆਸ ਕਰਦੇ ਨੇ, ਕਿਧਰੇ ਉਹ ਤੀਰ ਚਲਾ ਰਹੇ ਨੇ, ਕਿਧਰੇ ਮੱਲਾਂ ਦੇ ਨਾਲ ਘੁਲ ਰਹੇ ਨੇ। ਮਾਂ ਗੰਗਾ ਦੇਖਦੀ ਤੇ ਬੜਾ ਚਾਅ ਚੜ੍ਹਦਾ ਹੈ ਮਨ ਨੂੰ। ਜਦੋਂ ਉਹਨਾਂ ਦੀ ਪਿਆਰੀ ਆਵਾਜ਼ ਨੂੰ ਸੁਣਦੀ ਹੈ, ਪੜ੍ਹ ਕੇ ਸੁਣਾਉਂਦੇ ਨੇ, ਫਿਰ ਹੋਰ ਵੀ ਖੁਸ਼ ਹੁੰਦੇ ਹਨ। ਗੋਦ ਬਿਠਾਏ ਪਰਮੋਦਤ ਹੈ ਅਤ ਪ੍ਰੇਮ ਵਧਿਓ ਸੁਣ ਕੈ ਬਲ ਜਾਵੇ। ਔਰ ਬੜਾ ਚਾਅ ਚੜ੍ਹਦਾ ਹੈ ਮਾਂ ਨੂੰ ਜਦੋਂ ਥੱਕ ਕੇ ਗੋਦ ਵਿੱਚ ਆ ਜਾਂਦੇ ਨੇ। ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਛਕਾਉਂਦੀ ਹੈ ਮਾਤਾ ਗੰਗਾ ਤੇ ਜਦੋਂ ਉਹਨਾਂ ਨੂੰ ਕੁਝ ਪੜ੍ਹਨ ਵਾਸਤੇ ਕਹਿੰਦੀ ਹੈ, ਸੁਣ ਕੇ ਮਾਂ ਗੰਗਾ ਉਹਨਾਂ ਦੀ ਆਵਾਜ਼ ਨੂੰ ਬੜਾ ਲਾਡ ਲਡਾ ਰਹੀ ਹੈ। ਚਾਹਤ ਹੈ ਕੁਸ਼ਲਤਾ ਸੁਤ ਕੀ ਗੁਰ ਨਾਨਕ ਨਾਮ ਲੈ ਸ਼ੀਸ਼ ਝੁਕਾਵੇ। ਤੇ ਇਸ ਤਰ੍ਹਾਂ ਬਲਿਹਾਰ ਜਾਂਦੀ ਆਪਣੇ ਪੁੱਤਰ ਦੇ ਚਿਹਰੇ ਤੋਂ ਤੇ ਮਨ ਹੀ ਮਨ ਅਰਦਾਸ ਕਰਦੀ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰਨੀ, ਮੇਰਾ ਪੁੱਤਰ ਇਸੇ ਤਰ੍ਹਾਂ ਹੱਸਦਾ ਰਹੇ, ਇਹਨੂੰ ਕੋਈ ਦੁੱਖ ਨਾ ਆਵੇ। ਦੋਹਰਾ ਇਮ ਦਿਨ ਪ੍ਰਤ ਉਤਸ਼ਾਹ ਜੁਤ ਬਦਤ ਸਰੀਰ ਬਿਲੰਦ। ਇਮ ਇਸ ਤਰ੍ਹਾਂ ਕਹਿੰਦੇ ਰੋਜ਼ ਉਤਸ਼ਾਹ ਹੁੰਦਾ ਹੈ, ਰੋਜ਼ ਪੜ੍ਹਾਈ ਹੁੰਦੀ ਹੈ, ਰੋਜ਼ ਸ਼ਸਤਰ ਅਭਿਆਸ ਹੁੰਦੇ ਨੇ। ਦਿਨੋਂ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਵੱਧ ਰਹੀ ਹੈ। ਮਾਤਾ ਪਿਤਾ ਚਕੋਰ ਸਮ ਸ਼੍ਰੀ ਹਰਗੋਬਿੰਦ ਚੰਦ। ਔਰ ਮਾਤਾ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ, ਮਾਤਾ ਗੰਗਾ ਜੀ ਚਕੋਰ ਦੀ ਤਰ੍ਹਾਂ ਆਪਣੇ ਪੁੱਤਰ ਨੂੰ ਦੇਖਦੇ ਨੇ। ਜਿਵੇਂ ਚਕੋਰ ਸਾਰੀ ਰਾਤ ਟਿਕ ਟਿਕੀ ਲਾ ਕੇ ਚੰਨ ਵੱਲ ਦਿਖਦੀ ਰਹਿੰਦੀ ਹੈ, ਅੱਖਾਂ ਨਹੀਂ ਝਮਕਦੀ, ਇੰਨਾ ਪਿਆਰ ਹੈ ਚੰਦ ਦੇ ਨਾਲ। ਇਸੇ ਤਰ੍ਹਾਂ ਮਾਤਾ ਪਿਤਾ ਆਪਣੇ ਪੁੱਤਰ ਨੂੰ ਏਡੇ ਲਾਡਾਂ ਦੇ ਨਾਲ ਪਾਲ ਰਹੇ ਹਨ। ਅਧਿਆਇ ਸਮਾਪਤ। ਦੋਹਰਾ ਪੈੜਾ ਮੁਖ ਸਿੱਖ ਹੋਤੋ ਸ਼੍ਰੀ ਸਤਿਗੁਰ ਕੇ ਪਾਸ। ਇੱਥੇ ਇਹ ਅਧਿਆਇ ਖਤਮ ਹੁੰਦਾ ਹੈ। ਹੁਣ ਨਵਾਂ ਅਧਿਆਇ, ਨਵੀਂ ਕਥਾ ਆਰੰਭ ਹੋ ਰਹੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ
ਇੱਕ ਪੈੜੇ ਮੋਖਾ ਹੈ, ਜਿਸ ਸਿੱਖ ਦਾ ਨਾਮ ਹੈ ਭਾਈ ਪੈੜਾ ਮੋਖਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹਿੰਦਾ ਹੈ। ਸੇਵੇ ਨਿਸ ਦਿਨ ਗੋਰਨ ਕੋ ਸਿੱਖੀ ਹਿਰਦੈ ਪ੍ਰਕਾਸ਼। ਇਹਦੇ ਹਿਰਦੇ ਵਿੱਚ ਸਿੱਖੀ ਦਾ ਇੰਨਾ ਕੋ ਪ੍ਰਕਾਸ਼ ਹੈ ਕਿ ਰਾਤ ਦਿਨ ਗੁਰੂ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ, ਹਰ ਵਕਤ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਚੌਪਈ ਪੰਡਿਤ ਕਾਸ਼ੀ ਤੇ ਇਕ ਆਵਾ। ਇਸ ਤਰ੍ਹਾਂ ਇਹ ਸਿੱਖ ਜਦੋਂ ਸੇਵਾ ਕਮਾ ਰਿਹਾ ਸੀ ਮਹਾਰਾਜ ਦੇ ਚਰਨਾਂ ਵਿੱਚ, ਇਹਨਾਂ ਦਿਨਾਂ ਦੇ ਵਿੱਚ ਕਾਂਚੀ ਤੋਂ ਚੱਲ ਕੇ ਇੱਕ ਬੜਾ ਵਿਦਵਾਨ ਪੰਡਿਤ ਆਇਆ ਹੈ। ਅਰਜਨ ਸੋ ਪਾਸ ਟਿਕਾਵਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੇਖਿਆ ਵੀ ਵਿਦਵਾਨ ਹੈ, ਵਿਦਿਆ ਜਾਣਦਾ, ਸਤਿਕਾਰ ਕੀਤਾ ਤੇ ਆਪਣੇ ਕੋਲ ਰੱਖ ਲਿਆ। ਕਰੇ ਕਾਮਨਾ ਵਿਪਰ ਵਿਸਾਲਾ। ਔਰ ਆਪਣੇ ਮਨ ਦੇ ਵਿੱਚ ਕਾਮਨਾ, ਪ੍ਰਚਾਰਕ ਦੀ ਇੱਕ ਕਮੀ ਹੈ, ਉਹ ਹਮੇਸ਼ਾ ਦੂਸਰਿਆਂ ਦੀ ਜੇਬ ਵੱਲ ਤੱਕਦਾ ਰਹਿੰਦਾ ਹੈ ਤੇ ਜਿਹਦੀ ਕਥਾ ਸੁਣਾਉਂਦਾ ਉਹਦੇ ਚਰਨਾਂ ਤੇ ਭਰੋਸਾ ਨਹੀਂ ਰੱਖਦਾ। ਇਹ ਆਦਿ ਕਾਲ ਤੋਂ ਹੀ ਰਿਹਾ ਹੈ। ਠੀਕ ਹੈ, ਕਈ ਵਾਰਾਂ ਸੰਗਤਾਂ ਵੱਲੋਂ ਵੀ ਇਹ ਪ੍ਰਸ਼ਨ ਹੁੰਦਾ ਵੀ ਧਰਮ ਦਾ ਪ੍ਰਚਾਰ ਤਾਂ ਨਹੀਂ ਵੱਧਦਾ ਕਿਉਂਕਿ ਪ੍ਰਚਾਰਕ ਲਾਲਚੀ ਹੋ ਗਏ, ਰਾਗੀ ਕੀਰਤਨੀਏ ਉਸ ਲੈਵਲ ਦੇ ਨਹੀਂ ਰਹੇ ਜਿਹੜੇ ਗੁਰੂ ਮਹਾਰਾਜ ਨੇ ਜਿਵੇਂ ਥਾਪੇ ਸੀ। ਜਿਵੇਂ ਭਾਈ ਮਨਸਾ ਜੀ ਬੜੇ ਉੱਚ ਕੋਟੀ ਦੇ ਕੀਰਤਨੀਏ ਸਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਤੇ ਬੜੇ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਘਰ ਵੀ ਕੱਚਾ, ਘਰ ਦੇ ਭਾਂਡੇ ਵੀ ਕੱਚੇ, ਤੇ ਕੀਰਤਨ ਕਰਦੇ ਸਨ ਦਰਬਾਰ ਸਾਹਿਬ ਆ ਕੇ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਦਾ ਹੀ ਰਾਜ ਸੀ ਲਾਹੌਰ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ, ਉਹਨੂੰ ਕਿਸੇ ਨੇ ਬੁਲਾਵਾ ਦੇ ਕੇ ਭੇਜਿਆ ਵੀ ਦੇਖ, ਜਿਸ ਗੁਰੂ ਦੇ ਕੋਲੋਂ ਤੂੰ ਰਾਜ ਭਾਗ ਮੰਗਦਾ ਹੈ, ਜਿੱਥੋਂ ਤੈਨੂੰ ਹਰ ਇੱਕ ਸੁੱਖ ਮਿਲਦਾ, ਉਸ ਘਰ ਦੇ ਕੀਰਤਨੀਏ ਦੇ ਹਾਲਾਤ ਦੇਖੇ ਨੇ। ਉਹਦੇ ਤਾਂ ਘਰ ਵਿੱਚ ਭਾਂਡਾ ਵੀ ਨਹੀਂ ਰੋਟੀ ਨੂੰ ਪਕਾਉਣ ਵਾਸਤੇ, ਕੱਚੇ ਭਾਂਡਿਆਂ ਵਿੱਚ ਪਕਾਉਂਦਾ ਤੇ ਖਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਫਿਰ ਲਾਹੌਰ ਤੋਂ ਚੱਲ ਕੇ ਜਦੋਂ ਦਰਬਾਰ ਸਾਹਿਬ ਆਇਆ ਤੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੈ ਕੇ ਭਾਈ ਮਨਸਾ ਸਿੰਘ ਦੇ ਘਰ ਵਿੱਚ ਪੁੱਜਾ। ਜਾ ਕੇ ਦਰਵਾਜ਼ਾ ਖੜਕਾਇਆ, ਆਵਾਜ਼ ਆਈ, ਕੌਣ ਹੈ? ਪਤਾ ਲੱਗਾ ਸ਼ੇਰੇ ਪੰਜਾਬ ਆਇਆ। ਦੱਸੋ ਕੀ ਕੰਮ ਹੈ? ਕਹਿਣ ਲੱਗਾ, ਭਾਈ ਮਨਸਾ ਸਿੰਘ ਜੀ, ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ। ਜਦੋਂ ਕੀਰਤਨ ਕਰਦੇ ਤੇ ਸਾਰੀਆਂ ਪਰਕਰਮਾਂ ਭਰ ਜਾਂਦੀਆਂ ਨੇ। ਤੁਹਾਡੇ ਘਰ ਵਿੱਚ ਗਰੀਬੀ ਬੜੀ ਹੈ ਤੇ ਸਿੱਖਾਂ ਦਾ ਰਾਜ ਹੋਵੇ ਤੇ ਕੀਰਤਨੀਆਂ ਦੀ ਇਹ ਹਾਲਤ ਹੋਵੇ, ਸ਼ੋਭਾ ਨਹੀਂ ਦਿੰਦਾ। ਕੁਝ ਮੋਹਰਾਂ ਨੇ, ਰੱਖ ਲਓ। ਹੁਣ ਉਸ ਸਮੇਂ ਦੇ ਕੀਰਤਨੀਏ ਦੇ ਮਨ ਦੀ ਅਵਸਥਾ ਦੇਖਿਓ। ਕਹਿਣ ਲੱਗਾ, ਸ਼ੇਰੇ ਪੰਜਾਬ, ਤੂੰ ਇਹ ਸਾਰਾ ਕੁਝ ਕਿੱਥੋਂ ਮੰਗਦਾ ਹੁੰਨਾ ਹੈ? ਕਹਿਣ ਲੱਗਾ, ਮੈਂ ਤਾਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਅਰਦਾਸ ਕਰਦਾ, ਹੋਰ ਸਾਡਾ ਕੌਣ ਹੈ? ਤੇ ਮੈਨੂੰ ਜਾਣਦਾ ਮੈਂ ਕੌਣ ਹੈ? ਕਹਿੰਦੇ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਕੀਰਤਨੀਏ। ਤੇ ਫਿਰ ਤੂੰ ਮੈਨੂੰ ਕੀ ਦੇ ਸਕਦਾ? ਕਿ ਗੁਰੂ ਰਾਮਦਾਸ ਨੂੰ ਪਤਾ ਨਹੀਂ ਵੀ ਮਨਸਾ ਸਿੰਘ ਦਾ ਘਰ ਕੱਚਾ ਹੈ? ਮੇਰਾ ਗੁਰੂ ਜਾਣਦਾ ਨਹੀਂ ਵੀ ਮਨਸਾ ਸਿੰਘ ਕੱਚੇ ਭਾਂਡਿਆਂ ਵਿੱਚ ਪਕਾ ਕੇ ਖਾਂਦਾ? ਤੂੰ ਕਦੋਂ ਦਾ ਦਾਤਾ ਬਣ ਗਿਆ? ਤੂੰ ਕੱਲ ਦਾ ਰਾਜਾ ਤੇ ਅੱਜ ਦਾਤਾਂ ਦੇਣ ਆ ਗਿਆ ਗੁਰੂ ਰਾਮਦਾਸ ਦੇ ਸੇਵਕ ਨੂੰ। ਸਚਾਈ ਗੱਲ ਇਹ ਹੈ, ਕਹਿਣ ਲੱਗੇ, ਜੇ ਕੁਝ ਦੇਣਾ ਚਾਹੁੰਦਾ ਹੈ, ਇਹ ਮੋਹਰਾਂ ਦੀ ਥੈਲੀ ਚੁੱਕ ਤੇ ਜਾ ਕੇ ਅਰਦਾਸ ਕਰ ਦਰਬਾਰ ਸਾਹਿਬ। ਜਿੰਨੇ ਦੇਣਾ ਹੈ, ਦੇਣ ਵਾਲਾ ਮਾਲਕ ਅੰਦਰ ਬੈਠਾ, ਜਿੱਦਣ ਉਹ ਦੇਗਾ ਮਨਸਾ ਸਿੰਘ ਉਦਣ ਹੀ ਸੰਤੋਖੀ ਹੋਏਗਾ, ਉਦਣ ਹੀ ਖੁਸ਼ੀ ਹੋਏਗੀ। ਇਹ ਅਵਸਥਾ ਸੀ ਉਸ ਸਮੇਂ ਦੇ ਪ੍ਰਚਾਰਕਾਂ ਦੀ। ਸਤਿਗੁਰੂ ਕਿਰਪਾ ਕਰਨ, ਜਿਸ ਵੇਲੇ ਇਹ ਪ੍ਰਚਾਰਕ ਤਾਂ ਹੈ ਸੀ, ਵਿਦਵਾਨ ਹੈ ਸੀ ਕਾਂਚੀ ਦਾ ਜੋ ਪੰਡਤ ਚੱਲ ਕੇ ਆਇਆ ਹੈ, ਪਰ ਮਨ ਦੇ ਵਿੱਚ ਇੱਕ ਅੱਜ ਕਾਮਨਾ ਇਹਨੇ ਰੱਖੀ ਹੈ, ਕਰੋ ਸੁਨਾਵਨ ਕਥਾ ਰਸਾਲਾ। ਮਨ ਦੇ ਵਿੱਚ ਕਾਮਨਾ ਕੀ ਹੈ ਵੀ ਮੈਂ ਚਾਹੁੰਦਾ ਗੁਰੂ ਅਰਜਨ ਸਾਹਿਬ ਮਹਾਰਾਜ ਸਧਾਰਨ ਜਿਹੇ ਲੱਗਦੇ ਨੇ, ਸਿੱਖ ਵੀ ਇਹਨਾਂ ਦੇ ਅਨਪੜ੍ਹ ਜੇ ਨੇ, ਤੇ ਜੇ ਕਿਧਰੇ ਮੈਨੂੰ ਮੌਕਾ ਮਿਲ ਜਾਏ, ਜਿਵੇਂ ਦਰਬਾਰ ਸਾਹਿਬ ਵਿੱਚ ਭੀੜ ਇਕੱਠੀ ਹੈ ਨਾ, ਤੇ ਮੈਂ ਕਥਾ ਸੁਣਾਵਾਂ। ਮੈਂ ਕਥਾ ਬੜੀ ਸੋਹਣੀ ਕਰ ਲੈਣਾ ਹੈ। ਇਹ ਸ਼ਬਦੀ ਮਾਣ ਹੈ। ਪਾਛੇ ਦਛਣਾ ਲੈ ਮੋਖ। ਹਾਂ, ਫਿਰ ਮੈਂ ਜਦੋਂ ਕਥਾ ਸੁਣਾਵਾਂਗਾ ਸੰਗਤ ਆਛਾ ਕਰ ਉਠੇਗੀ ਤੇ ਸਿੱਖ ਕਹਿਣਗੇ ਗੁਰੂ ਅਰਜਨ ਸਾਹਿਬ ਜੀ ਨੂੰ ਕੁਝ ਦਿਨ ਹੋਰ ਰੱਖੋ, ਬੜਾ ਵੱਡਾ ਵਿਦਵਾਨ ਜੇ। ਤੇ ਫਿਰ ਮੈਂ ਕਹਾਂਗਾ ਵੀ ਇੰਨੀ ਕੋ ਭੇਟਾ ਤੇ ਮੇਰੀ ਬਣਦੀ, ਇੰਨੀ ਕੋ ਮੈਨੂੰ ਦਾਨ ਦਕਸ਼ਣਾ ਦੇ ਦਿਓ। ਗਏ ਹਾਂ ਗਿਆਨ ਅਰ ਸਤ ਸੰਤੋਖ। ਕਿਉਂਕਿ ਜਦੋਂ ਮੈਂ ਗਿਆਨ ਦੀਆਂ ਗੱਲਾਂ ਕਰਾਂਗਾ ਵੀ ਸਤ ਕਿਹਨੂੰ ਕਹਿੰਦੇ ਨੇ, ਸੰਤੋਖ ਕਿਹਨੂੰ ਕਹਿੰਦੇ ਨੇ, ਆਪਣੇ ਜੀਵਨ ਵਿੱਚ ਢਾਲਣਾ ਬੜੀ ਦੂਰ ਦੀ ਗੱਲ ਹੈ। ਗੱਲ ਕਰ ਦੇਣੀ ਬੜੀ ਸੌਖੀ ਹੈ ਸਟੇਜ ਤੋਂ। ਕੁਰਬਾਨੀ ਕਿਹਨੂੰ ਕਹਿੰਦੇ ਨੇ, ਸ਼ਹਾਦਤ ਕਿਹਨੂੰ ਕਹਿੰਦੇ ਨੇ,
ਇਸ ਪੰਗਤੀ ਦੀ ਵਿਆਖਿਆ ਗੁਰੂ ਦੇ ਸਿੱਖਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਕੇਤਿਆਂ ਦੂਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਇਹਦੀ ਵਿਆਖਿਆ ਕੀਤੀ ਸੀ ਜਦੋਂ 7-8 ਮਹੀਨੇ ਸਿੰਘ ਘੇਰੇ ਵਿੱਚ ਰਹੇ ਸਨ ਆਨੰਦਪੁਰ ਸਾਹਿਬ। ਦੁੱਖ ਵੀ ਸੀ, ਭੁੱਖ ਵੀ ਸੀ, ਪਰ ਕਹਿੰਦੇ ਤਾਂ ਤੇਰੀ ਦਾਤ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈਏ ਤੇਰੀਆਂ ਦਾਤਾਂ ਨੇ। ਕਹਿਣਾ ਬੜਾ ਸੌਖਾ ਹੈ ਦਾਤਾਂ, ਪਰ ਜਦੋਂ ਇਹਨਾਂ ਦਾਤਾਂ ਨੂੰ ਹੰਡਾਉਣਾ ਪੈ ਜਾਏ ਫਿਰ ਕੋਈ ਟਾਵਾਂ ਖੜਦਾ ਹੈ। ਜਿਜ ਮਨ ਕੀ ਸਗਰੀ ਗੁਰ ਜਾਨੀ, ਜਦੋਂ ਸਤਿਗੁਰੂ ਨੇ ਦੇਖਿਆ ਵੀ ਪੰਡਤ ਬੜਾ ਵਿਦਵਾਨ ਆਇਆ, ਕਥਾ ਸੁਣਾਉਣੀ ਚਾਹੁੰਦਾ ਤੇ ਪਰ ਮਨ ਦੇ ਵਿੱਚ ਕੁਝ ਧਨ ਦੀ ਇੱਛਾ ਰੱਖਦਾ ਹੈ। ਰਾਖਿਓ ਨਿਕਟ ਰਹਿਓ ਸੁਖ ਮਾਨੀ, ਮਹਾਰਾਜ ਕਹਿਣ ਲੱਗੇ ਤੂੰ ਕੁਝ ਸਮਾਂ ਸਾਡੇ ਕੋਲ ਰਹਿ। ਤੇ ਪੰਡਤ ਨੇ ਵੀ ਸੋਚਿਆ ਵੀ ਠੀਕ ਹੈ, ਬਣਿਆ ਬਣਾਇਆ ਲੰਗਰ ਮਿਲਦਾ ਹੈ, ਰਹਿائش ਵਾਸਤੇ ਸਥਾਨ ਮਿਲ ਗਿਆ, ਹੋਰ ਕੀ ਚਾਹੀਦਾ ਹੈ। ਜਿੱਦਨ ਕਥਾ ਕਰਾਉਣਗੇ ਦੇਖੀ ਜਾਓਗੇ, ਉਹਨਾਂ ਚਿਰ ਸੁਖ ਦੇਖ ਕੇ ਟਿਕ ਗਿਆ। ਕੇਤਕ ਮਾਸ ਬੀਤੇ ਜਬ ਪਾਸ, ਜਦੋਂ ਇਸ ਤਰ੍ਹਾਂ ਰਹਿੰਦਿਆਂ ਹੋਇਆਂ ਆਨੰਦ ਮਾਣਦਿਆਂ ਨੂੰ ਕੁਝ ਕੁ ਮਹੀਨੇ ਲੰਘ ਗਏ। ਇਸੇ ਮਨੋਰਥ ਕੀ ਧਾਰਿਆਸ, ਔਰ ਜਿਹੜਾ ਮਨੋਰਥ ਲੈ ਕੇ ਆਇਆ ਸੀ ਵੀ ਕਥਾ ਕਰਾਂਗਾ ਚੜਾਵਾ ਚੜੇਗਾ, ਉਹ ਮਨੋਰਥ ਹੋਣੇ ਦਾ ਪੂਰਾ ਹੋਣ ਲੱਗਾ ਹੈ। ਉਹਨੇ ਸ੍ਰੀ ਗੁਰ ਕਹੈ ਕਥਾ ਆਲਾਪ ਹੋ। ਮਹਾਰਾਜ ਇੱਕ ਦਿਨ ਕਹਿਣ ਲੱਗੇ ਪੰਡਤ ਜੀ ਤੁਸੀਂ ਬੜੇ ਵਿਦਵਾਨ ਹੋ ਤੇ ਸਾਡਾ ਮਨ ਹੈ, ਤੁਸੀਂ ਇੱਥੇ ਕਥਾ ਕਰਿਆ ਕਰੋ। ਸਿੱਖਾਂ ਨੂੰ ਜੋ ਤੁਹਾਡੇ ਕੋਲ ਤੁਸੀਂ ਦੱਸਿਆ ਕਰੋ। ਇਹ ਤਾਂ ਭੋਲੇ ਭਾਲੇ ਨੇ, ਸੇਵਾ ਕਰਦੇ ਨੇ, ਸਧਾਰਨ ਪਰਿਵਾਰਾਂ ਨਾਲ ਸੰਬੰਧ ਰੱਖਦੇ, ਤੂੰ ਹੀ ਤਾਂ ਬਹੁਤ ਵੱਡੇ ਗੁਣਵਾਨ ਹੋ। ਵੇਦਨ ਕੀ ਉਪਨਿਸ਼ਦ ਸੁਨਾਵ, ਔਰ ਜਿਹੜੀ ਤੁਹਾਡੇ ਕੋਲ ਵਿਦਿਆ ਹੈ ਵੇਦਾਂ ਦੀ, ਉਪਨਿਸ਼ਦ ਨੇ ਜਿੰਨੇ ਵੀ, ਇਹਨਾਂ ਸਾਰਿਆਂ ਦੀ ਕਥਾ ਖੋਲ ਕੇ ਸੁਣਾਇਆ ਕਰੋ। ਜਿਜ ਸੁਣ ਹਰਖਿਓ ਲਾਗਿਓ ਕਰਨੇ, ਬੜਾ ਖੁਸ਼ ਹੋਇਆ ਵਿਦਵਾਨ ਸੁਣ ਕੇ ਵੀ ਅੱਜ ਕਦਰ ਪੈਣ ਲੱਗੀ ਏ, ਅੱਜ ਚੇਤਾ ਕੀਤਾ ਮੇਰਾ ਗੁਰੂ ਅਰਜਨ ਸਾਹਿਬ ਜੀ ਨੇ। ਤੇ ਉਸੇ ਵੇਲੇ ਕਹਿਣ ਲੱਗਾ ਸਤ ਬਚਨ ਜਦੋਂ ਤੁਸੀਂ ਹੁਕਮ ਕਰੋਗੇ ਮੈਂ ਕਥਾ ਸੁਣਾਇਆ ਕਰਾਂਗਾ। ਬ੍ਰਹਮ ਰੂਪ ਕੋ ਜਿਸ ਮਹਿ ਨਿਰਣੇ, ਹਾਂ ਜਿਹਦੇ ਵਿੱਚ ਬ੍ਰਹਮ ਸਰੂਪ ਦਾ ਨਿਰਣਾ ਕਰਕੇ ਦੱਸ ਦਿਆਂਗਾ ਵੀ ਸਰੀਰ ਕਿਹਨੂੰ ਕਹਿੰਦੇ ਨੇ, ਆਤਮਾ ਕਿਹਨੂੰ ਕਹਿੰਦੇ ਨੇ ਤੇ ਉਹ ਬ੍ਰਹਮ ਕਿਹਨੂੰ ਕਹਿੰਦੇ ਨੇ। ਮੈਂ ਕੱਲੀਆਂ ਚੀਜ਼ਾਂ ਐ ਤਸਵੀਰਾਂ ਬਣਾ ਕੇ ਸੰਗਤ ਅੱਗੇ ਪੇਸ਼ ਕਰ ਦਿਆਂਗਾ। ਕਥਾ ਹੋਤ ਨਿਤਨੇਮ ਤਰਾਈ, ਇਸ ਤਰ੍ਹਾਂ ਨਿਤ ਨੇਮ ਅਨੁਸਾਰ ਰੋਜ਼ ਹੀ ਇਹ ਕਥਾ ਕਰਨੀ ਇਹਨੇ ਆਰੰਭ ਕਰ ਦਿੱਤੀ। ਇੱਕ ਦਿਨ ਆਇਓ ਸਾਲੋ ਭਾਈ, ਇਸ ਤਰ੍ਹਾਂ ਹੀ ਇੱਕ ਦਿਨ ਇਹ ਕਥਾ ਕਰਦਾ ਪਿਆ ਸੀ ਤੇ ਮਹਾਰਾਜ ਵੀ ਬੈਠੇ ਸਨ, ਸੰਗਤ ਕਾਫੀ ਸੀ। ਇੱਥੇ ਇੰਨੇ ਚਿਰ ਨੂੰ ਚੱਲ ਕੇ ਭਾਈ ਸਾਲੋ ਜੀ ਆ ਗਏ। ਆਨੰਦ ਹੋਏ ਗੁਰ ਪਗਲਾ ਪਟਨ, ਇਹ ਬੜਾ ਆਨੰਦ ਸੇਵਕ ਸੀ, ਬੜਾ ਪਿਆਰ ਵਾਲਾ ਸੀ, ਗੁਰੂ ਦਾ ਹਜੂਰੀ ਸਿੱਖ ਸੀ। ਤੇ ਜਦੋਂ ਆ ਕੇ ਇਹਨੇ ਚਰਨਾਂ ਕਮਲਾਂ ਤੇ ਆਪਣਾ ਸਿਰ ਰੱਖਿਆ ਹੈ, ਅਤ ਆਦਰ ਤੇ ਸ੍ਰੀ ਗੁਰ ਠਾਨ, ਤੇ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਪਲੋਸ ਕੇ ਦਾ ਮੂੰਹ ਤਾਂ ਚੁੱਕਿਆ ਤੇ ਇਹਨੂੰ ਬੜਾ ਪਿਆਰ ਕੀਤਾ। ਸਾਲੋ ਹੈ ਮੁਝ ਪਰਮ ਪਿਆਰਾ, ਤੇ ਭਰੀ ਸੰਗਤ ਵਿੱਚ ਕਹਿਣ ਲੱਗੇ ਸੰਗਤ ਜੀ ਇਹ ਜਿਹੜਾ ਭਾਈ ਸਾਲੋ ਆਇਆ ਨਾ ਸਾਨੂੰ ਬੜਾ ਪਿਆਰਾ ਲੱਗਦਾ ਹੈ, ਇਹ ਬੜੀ ਪਿਆਰ ਵਾਲੀ ਰੂਹ ਹੈ। ਆਨੰਦ ਭਗਤ ਗੁਰਮੁਖ ਹੋ ਉਚਾਰ, ਮਹਾਰਾਜ ਨੇ ਸ਼ਬਦ ਕਹਿ ਦਿੱਤੇ ਆਪਣੇ ਮੁਖ ਤੋਂ, ਕਹਿਣ ਲੱਗੇ ਮੇਰਾ ਆਨੰਦ ਭਗਤ ਹੈ। ਆਨੰਦ ਦਾ ਹੁੰਦਾ ਜਿਹੜਾ ਮੈਨੂੰ ਬੜਾ ਪਿਆਰਾ ਲੱਗਦਾ ਹੈ, ਇਹਦੇ ਬਰਾਬਰ ਕੋਈ ਹੋਰ ਨਹੀਂ। ਇਹ ਮੇਰਾ ਅਤ ਦਾ ਪਿਆਰਾ, ਮੇਰਾ ਨਿਕਟਵਰਤੀ ਸਿੱਖ ਹੈ। ਸੁਣ ਆਨੰਦ ਬਚਨ ਗੁਰ ਤੇ ਪੰਡਤ, ਇਹ ਹੁਣ ਪੰਡਤ ਕਥਾ ਕਰਦਾ ਪਿਆ ਸੀ, ਮਨ ਵਿੱਚ ਹੰਕਾਰ ਵੀ ਸੀ ਵਿਦਿਆ ਦਾ ਵੀ ਮੈਂ ਤਾਂ ਬੜਾ ਗੁਣਵਾਨ ਹਾਂ। ਜਦੋਂ ਇਹਨੇ ਸ਼ਬਦ ਸੁਣੇ ਵੀ ਇੱਕ ਸਧਾਰਨ ਜਿਹਾ ਸਿੱਖ ਆਇਆ ਹੈ, ਸੇਵਾ ਕਰਨ ਵਾਲਾ ਹੈ ਤੇ ਘੱਟੇ ਦੇ ਨਾਲ ਕੱਪੜੇ ਲਿਬੜੇ ਪੈ ਰਹੇ, ਉਹਨੂੰ ਤੇ ਮਹਾਰਾਜ ਆਨੰਦ ਸਿੱਖ ਕਹਿੰਦੇ ਨੇ। ਤੇ ਮੈਂ ਇੰਨੇ ਮਹੀਨਿਆਂ ਤੋਂ ਕਥਾ ਕਰਦਾ ਹਾਂ, ਲੋਕ ਸੁਣਦੇ ਵੀ ਨੇ ਤੇ ਮੈਨੂੰ ਇਹਦੇ ਵਾਲਾ ਕਦੀ ਆਦਰ ਨਹੀਂ ਦਿੱਤਾ। ਹਮਹਿ ਆਨੰਦਤਾ ਕਿਉਂ ਨਹਿ ਮੰਡਿਤ, ਮਨ ਵਿੱਚ ਸੋਚਣ ਲੱਗਾ ਵੀ ਕੀ ਮੇਰੇ 'ਚ ਕੀ ਕਮੀ ਹੈ ਵੀ ਮੈਨੂੰ ਆਨੰਦ ਸਿੱਖ ਕਿਉਂ ਨਹੀਂ ਕਹਿੰਦੇ। ਹਾਲਾਂਕਿ ਮੇਰੇ ਕਰਕੇ ਇੰਨੀ ਸੰਗਤ ਬੈਠਦੀ ਹੈ ਵੀ ਕਈ ਵਾਰ ਪ੍ਰਚਾਰਕ ਦੇ ਮਨ ਵਿੱਚ ਹਉਮੈ ਦਾ ਕਾਰਨ ਬਣ ਜਾਂਦਾ ਹੈ ਵੀ ਜੇ ਇਸ ਮੇਲੇ ਤੇ ਮੈਂ ਨਾ ਆਇਆ ਤੇ ਇਹਨਾਂ ਦੇ ਅਰਗਾਂ ਭੀੜ ਨਹੀਂ ਜੁੜਨੀ, ਜੇ ਮੈਂ ਨਾ ਹੋਵਾਂ ਤੇ ਇਕੱਠ ਨਹੀਂ ਕਰ ਸਕਦੇ। ਇਸੇ ਤਰ੍ਹਾਂ ਪੰਡਤ ਦੇ ਮਨ ਵਿੱਚ ਵੀ ਹਉਮੈ ਆ ਗਈ ਵੀ ਮੇਰੇ ਕਰਕੇ ਰੋਜ਼ ਦੀਵਾਨ ਲੱਗਦਾ, ਲੋਕ ਸੁਣਨ ਆਉਂਦੇ ਨੇ ਮੇਰੀ ਕਥਾ,
ਤੇ ਮੈਨੂੰ ਗੁਰੂ ਅਰਜਨ ਸਾਹਿਬ ਨੇ ਕਦੀ ਇੰਨਾ ਸਤਿਕਾਰ ਹੀ ਨਹੀਂ ਦਿੱਤਾ। ਜੇ ਨਾਮ ਜੇ ਮਨੁੱਖ ਨੂੰ ਦੇ ਦਿੱਤਾ ਹੈ, ਉਹਨੂੰ ਆਪਣਾ ਅਨਨ ਸਿੱਖ ਪਿਆਰ ਵਾਲਾ ਕਹਿੰਦੇ ਹਨ। ਵੇਦ ਸਿਧਾਂਤ ਕਥਾ ਜੋ ਸੁਣਾਵੈ, ਤੇ ਜਿਹੜਾ ਵੇਦਾਂ ਦੇ ਸਿਧਾਂਤ ਰੋਜ਼ ਦੱਸਦਾ ਵੀ ਕਿਵੇਂ ਜੀਵਨ ਦੀ ਕਲਿਆਣ ਹੋਣੀ ਹੈ, ਕਿਵੇਂ ਆਤਮਾ ਅੱਗੇ ਜਾਣੀ ਹੈ, ਕਿਵੇਂ ਇਹਨੂੰ ਲੇਖੇ ਦੇਣੇ ਨੇ, ਕਿੱਥੇ ਜਮ ਰਹਿੰਦਾ ਹੈ, ਕਿੱਡਾ ਕੁ ਉਹਦਾ ਘੇਰਾ ਹੈ, ਕਿੰਨੇ ਕੁ ਉਹਨੇ ਨੌਕਰ ਰੱਖੇ ਨੇ, ਕਿ ਮੈਂ ਤਾਂ ਸਾਰਾ ਨਕਸ਼ਾ ਖਿੱਚ ਦੇਣਾ ਵਿਦਾਂਤਾਂ ਦੇ ਸਿਧਾਂਤ ਦਾ, ਤੇ ਮੈਨੂੰ ਗੁਰੂ ਅਰਜਨ ਸਾਹਿਬ ਮਾਣ ਹੀ ਨਹੀਂ ਦਿੰਦੇ। ਹਮ ਕੋ ਨਹਿ ਆਨੰਦ ਮੁਖ ਗਾਵੈ, ਸਾਨੂੰ ਤੇ ਕਦੀ ਆਨੰਦ ਸਿੱਖ ਕਹਿ ਕੇ ਆਵਾਜ਼ ਨਹੀਂ ਮਾਰੀ। ਪੰਡਤ ਮਨ ਮਹਿ ਐਸ ਵਿਚਾਰੀ, ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਆਪਣੇ ਮਨ ਦੇ ਵਿੱਚ ਪੰਡਤ ਵਿਚਾਰ ਰਿਹਾ ਸੀ। ਕਿਮ ਪਰਤਾਵਾ ਲਿਹੋ ਮਨ ਧਾਰੀ, ਤੇ ਮਨ ਹੀ ਮਨ ਸੋਚਣ ਲੱਗਾ ਵੀ ਕਿਉਂ ਨਾ ਪਰਤਾਵਾ ਲੈ ਕੇ ਦੇਖ ਹੀ ਲਿਆ ਜਾਵੇ ਵੀ ਗੁਰੂ ਅਰਜਨ ਸਾਹਿਬ ਸੱਚਮੁੱਚ ਜਿਹਨੂੰ ਇੰਨਾ ਸਤਿਕਾਰ ਦਿੰਦੇ ਨੇ, ਕੀ ਅੰਤਰਜਾਮੀ ਹਨ, ਅੰਦਰ ਨੂੰ ਦੇਖਣ ਵਾਲੇ ਹਨ। ਪੰਡਤ ਮਨ ਕੀ ਸ੍ਰੀ ਗੁਰ ਜਾਣੈ, ਹਜੂਰ ਸੱਚੇ ਪਾਤਸ਼ਾਹ ਜੋ ਘਟ ਘਟ ਕੇ ਅੰਤਰ ਕੀ ਜਾਣਤ ਨੇ। ਗਰੀਬ ਨਵਾਜ ਨੇ ਦੇਖਿਆ ਪੰਡਤ ਦੇ ਮਨ ਵਿੱਚ ਹੰਕਾਰ ਈਰਖਾ ਜਾਗ ਪਈ ਹੈ। ਸੁਣਨ ਕਥਾ ਨਿਤ ਉਦਮ ਠਾਨੈ, ਔਰ ਸੁਣਨ ਕਥਾ ਜੋ ਰੋਜ਼ ਹੀ ਮਹਾਰਾਜ ਖੁਦ ਆ ਕੇ ਦੀ ਕਥਾ ਨੂੰ ਸੁਣਦੇ ਸਨ ਵੀ ਕੀ ਵਖਿਆਨ ਕਰਦਾ ਹੈ, ਵੀ ਇੱਕ ਆਮ ਸਧਾਰਨ ਜਿਹਾ ਆਦਮੀ ਜਿਹੜਾ ਬ੍ਰਹਮ ਬਾਰੇ ਕੁਝ ਵੀ ਨਹੀਂ ਜਾਣਦਾ, ਪਰ ਜਦੋਂ ਤਸਵੀਰ ਖਿੱਚਦਾ ਹੈ ਬ੍ਰਹਮ ਦੀ, ਜਦੋਂ ਬਣਾਉਂਦਾ ਹੈ ਤੇ ਕਿਵੇਂ ਅਸਮਾਨ ਨੂੰ ਟਾਕੀਆਂ ਲਾਉਂਦਾ ਹੈ, ਪਾਤਸ਼ਾਹ ਖੁਦ ਬੈਠ ਕੇ ਰੋਜ਼ ਸੁਣਦੇ ਹਨ। ਉਤੇ ਸਮੀਪ ਸੋ ਅਖਿਲ ਸੁਨਾਈ, ਮਹਾਰਾਜ ਖੁਦ ਆਪ ਆ ਕੇ ਬੈਠਣਾ, ਕੋਲ ਬੈਠ ਕੇ ਜੋ ਕੁਝ ਵੀ ਉਹਦੇ ਕੋਲ ਸੀ, ਜਿੰਨੀਆਂ ਵੀ ਪੋਥੀਆਂ ਸੀ, ਉਹਨੇ ਸਾਰੀਆਂ ਪੜ ਕੇ ਕਥਾ ਸੁਣਾ ਦਿੱਤੀ। ਗੁਰ ਬੂਝੋ ਆਗੇ ਸਮਝਾਈ, ਮਹਾਰਾਜ ਕਹਿੰਦੇ ਵੀ ਕੀ ਗੱਲ ਪੰਡਤ ਹੁਣ ਕਥਾ ਬੰਦ ਕਰ ਦਿੱਤੀ ਹੈ, ਕਿ ਸਾਰੀਆਂ ਪੋਥੀਆਂ ਤੇਰੇ ਕੋਲੋਂ ਮੁੱਕ ਗਈਆਂ ਨੇ ਜਿਨ੍ਹਾਂ ਦੀ ਤੂੰ ਕਥਾ ਕਰਦਾ ਸੀ। ਸੋ ਪੀ ਕੀ ਜੈ ਹਮੁ ਸੁਨਾਵਨ, ਮਹਾਰਾਜ ਕਹਿੰਦੇ ਉਹ ਜਿਹੜਾ ਹੋਰ ਵੀ ਕੋਈ ਤੇਰੇ ਕੋਲ ਭੰਡਾਰ ਹੈ, ਕੋਈ ਗਿਆਨ ਦੀਆਂ ਪੋਥੀਆਂ, ਸਾਨੂੰ ਉਹ ਵੀ ਸੁਣਾ ਦੇ, ਆਪਣੀ ਸਾਰੀ ਕਥਾ ਬਿਆਨ ਕਰ ਦੇ। ਵਿਪਰ ਭਨਿਓ ਪੁਸਤਕ ਇਸ ਥਾਮ ਨਾ, ਪੰਡਤ ਕਹਿਣ ਲੱਗਾ ਮਹਾਰਾਜ ਸੁਣਾ ਤੇ ਜ਼ਰੂਰ ਦਿਆਂ, ਪਰ ਪੋਥੀਆਂ ਇੱਥੋਂ ਵਾਲੀਆਂ ਤਾਂ ਹੋ ਗਈਆਂ ਨੇ ਖਤਮ, ਹੋਰ ਵੀ ਹਨ ਪਰ ਉਹ ਮੇਰੇ ਕੋਲ ਨਹੀਂ ਹਨ। ਸਦਨ ਹਮਾਰੇ ਸਭ ਲਿਖਵਾਈ, ਉਹ ਸਾਰੀਆਂ ਪੋਥੀਆਂ ਮੈਂ ਲਿਖ ਕੇ ਆਪਣੇ ਘਰ ਵਿੱਚ ਰੱਖੀਆਂ ਹਨ। ਜਿਹੋ ਆਇਸ ਤੋ ਲਿਹੋ ਮੰਗਾਈ, ਤੇ ਜੇ ਤੁਸੀਂ ਹੁਕਮ ਕਰਦੇ ਹੋ ਤੁਸੀਂ ਕਥਾ ਸੁਣਨੀ ਹੈ ਤੇ ਮੈਂ ਉਹ ਪੋਥੀਆਂ ਮੰਗਾ ਲੈਂਦਾ ਹਾਂ। ਸਤਿਗੁਰ ਕਹਿਓ ਅਨਾਵਹੁ ਸਾਰੀ, ਮਹਾਰਾਜ ਕਹਿਣ ਲੱਗੇ ਕਿਉਂ ਨਹੀਂ, ਤੁਸੀਂ ਏਡੇ ਵੱਡੇ ਵਿਦਵਾਨ ਹੋ, ਜਿਤਨੀ ਵੀ ਤੁਹਾਡੇ ਕੋਲ ਵਿਦਿਆ ਹੈ, ਕੋਈ ਗ੍ਰੰਥ ਹੈ, ਸਾਰੀ ਇੱਥੇ ਮੰਗਵਾ ਲਓ। ਉਪਨਿਸ਼ਦ ਧਨ ਪੁਨ ਕਰੋ ਚਾਰੀ, ਔਰ ਜਿਤਨੇ ਵੀ ਉਪਨਿਸ਼ਦ ਤੁਸੀਂ ਉਤਾਰਾ ਕਰਕੇ ਰੱਖੇ ਨੇ, ਉਹਨਾਂ ਸਾਰਿਆਂ ਦੀ ਇੱਥੇ ਕਥਾ ਤੁਸੀਂ ਸੰਗਤ ਵਿੱਚ ਸੁਣਾ ਦਿਓ। ਸੁਣ ਦੇ ਜੇ ਨਿਜ ਸੁਤ ਲੱਗਿਓ ਪਠਾਵਨ, ਸੁਣ ਕੇ ਪੰਡਤ ਨੇ ਆਪਣੇ ਸੁਪੁੱਤਰ ਨੂੰ ਆਵਾਜ਼ ਮਾਰੀ ਵੀ ਗੱਲ ਸੁਣ, ਗੁਰੂ ਸਾਹਿਬ ਖੁਸ਼ ਨੇ, ਤੇ ਕਿੰਨਾ ਚੰਗਾ ਹੋਵੇ ਜੇ ਤੂੰ ਪਿੰਡ ਜਾਵੇਂ ਤੇ ਕਾਂਛੀ ਤੋਂ ਜਾ ਕੇ ਗ੍ਰੰਥ ਲੈ ਆ। ਭਲੋ ਮਹੂਰਤ ਪਿਖ ਮਨ ਭਾਵਨ, ਔਰ ਆਪਣੇ ਮਨ ਦੇ ਨਾਲ ਵਿਚਾਰ ਕਰਨ ਲੱਗਿਆ, ਮਹੂਰਤ ਸੋਧਣ ਲੱਗ ਪਿਆ ਵੀ ਕਿਹੜਾ ਦਿਨ, ਕਿਹੜਾ ਸਮਾਂ, ਕਿਹੜੀ ਦਿਸ਼ਾ ਵਿੱਚ ਪੁੱਤਰ ਨੂੰ ਤੋਰਨਾ ਹੈ। ਪੂਜਾ ਕਰ ਗਣੇਸ਼ ਕੀ ਪਾਛੇ, ਔਰ ਪਹਿਲਾਂ ਇਹਨੇ ਗਣੇਸ਼ ਨੂੰ ਪੂਜਿਆ ਜੋ ਉਸ ਦੇ ਅਕੀਦੇ ਦੇ ਅਨੁਸਾਰ ਹੈ। ਸਭ ਵਿਦ ਸ਼ੁਭ ਕਰ ਗਮਨਿਓ ਆਛੇ, ਔਰ ਸਭ ਵਿਦ ਚੰਗੀ ਤਰ੍ਹਾਂ ਮਹੂਰਤ, ਲਗਨ, ਦਿਨ, ਥਿਤ ਵਾਰ ਦੇਖ ਕੇ ਫਿਰ ਆਪਣੇ ਪੁੱਤਰ ਨੂੰ ਕਹਿਣ ਲੱਗਾ, ਲੈ ਕਰ ਗੁਰ ਤੇ ਖਰਚ ਸੋ ਪੰਥ, ਕਹਿਣ ਲੱਗਾ ਵੀ ਤੂੰ ਰਸਤੇ ਦਾ ਖਰਚਾ ਗੁਰੂ ਸਾਹਿਬ ਦੇ ਕੋਲੋਂ ਲੈ ਆ, ਜਿਤਨੀ ਵੀ ਰਸਤੇ ਵਿੱਚ ਲੋੜ ਪੈਗੀ ਤੇ ਜਾ ਕੇ ਪੋਥੀਆਂ ਲੈ ਆ। ਚਲਿਓ ਵਿਪਰ ਸੁਤ ਲੈ ਬੇ ਗ੍ਰੰਥ, ਔਰ ਵਿਪਰ ਦਾ ਜੋ ਪੁੱਤਰ ਸੀ, ਜੋ ਬ੍ਰਾਹਮਣ ਦਾ ਲੜਕਾ ਸੀ, ਉਹ ਪੋਥੀਆਂ ਲੈਣ ਵਾਸਤੇ ਜਦੋਂ ਅੰਮ੍ਰਿਤਸਰ ਤੋਂ ਤੁਰਨ ਲੱਗਾ, ਖਾਰ ਸਨਮੁਖ ਹੋਏ ਦਾਏ ਬਾਏ, ਚੰਗੀ ਤਰ੍ਹਾਂ ਲਗਨ, ਮਹੂਰਤ ਸਭ ਕੁਝ ਸੋਧ ਕੇ ਦੇਖਿਆ। ਗਣੇਸ਼ ਦੀ ਪੂਜਾ ਵੀ ਕੀਤੀ ਹੈ ਪੰਡਤ ਨੇ, ਪਰ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਿਆ, ਬਾਜ਼ਾਰ ਵਿੱਚ ਤੁਰਨ ਲੱਗਾ ਇਹਦਾ ਸੁਪੁੱਤਰ, ਇਹਦੇ ਸਾਹਮਣੇ ਉਹਦੀ ਇੱਕ ਖੋਤਾ ਲੰਘ ਗਿਆ। ਦਾਏ ਬਾਏ ਸ਼ਬਦ ਕਰਿਓ ਅਪਸ਼ਗਨ ਦਿਖਾਏ, ਔਰ ਦਾਏ ਬਾਏ ਅਰਥ ਭਾਵ ਸੱਜੇ ਖੱਬੇ ਨੇ ਲੰਘਦਾ ਫਿਰਦਾ ਆਵਾਰਾ ਗਧਾ ਇੱਕ ਬਾਜ਼ਾਰ ਵਿੱਚ ਤੁਰਿਆ ਫਿਰਦਾ। ਉਹ ਜਦੋਂ ਇਹ ਸਾਹਮਣੇ ਗਿਆ, ਉਹ ਦੇਖ ਕੇ ਇਹਨੂੰ ਹੀਂਗਣ ਲੱਗ ਪਿਆ। ਘਾਟ ਆਇਓ ਤਬ ਸ਼੍ਰੀ ਗੁਰ ਸੁਣਿਓ, ਡਰ ਗਿਆ ਇਹਦਾ ਸੁਪੁੱਤਰ, ਵਿਦਵਾਨ ਦਾ ਸੁਪੁੱਤਰ ਹੈ, ਜਿਹੜਾ ਧਰਮਰਾਜ ਦੀਆਂ ਗੱਲਾਂ ਸੁਣਾਉਂਦਾ ਹੈ ਰੋਜ਼, ਜਿਹੜਾ ਆਤਮਾ ਦੇ ਬਾਰੇ ਨਿਰਣਾ ਕਰਕੇ ਦੱਸਦਾ ਹੈ, ਜਿਹੜਾ ਉਸ ਬ੍ਰਹਮ ਦੇ ਭੇਦ ਨੂੰ ਖੋਲਦਾ ਹੈ, ਉਹਦਾ ਸੁਪੁੱਤਰ ਹੈ, ਏਡੇ ਵੱਡੇ ਗਿਆਨੀ ਦਾ। ਤੇ ਇੱਕ ਖੋਤੇ ਦੀ ਆਵਾਜ਼ ਸੁਣ ਕੇ ਡਰ ਗਿਆ ਵੀ ਅਪਸ਼ਗਨ ਹੋ ਗਿਆ ਹੈ।
ਇਹ ਨਹੀਂ ਸੀ ਚਾਹੀਦਾ, ਮੈਂ ਏਡੀ ਦੂਰ ਕਾਂਚੀ ਜਾਣਾ ਤੇ ਖੋਤਾ ਅੱਗੋਂ ਦੀ ਲੰਘ ਗਿਆ ਹੈ। ਹਟ ਆਇਓ ਤਬ ਸ਼੍ਰੀ ਗੁਰ ਸੁਨਿਓ। ਔਰ ਸੁਣਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਬੜੀ ਅਚਰਜਤਾ ਦੀ ਗੱਲ ਹੈ ਵੀ ਅਸੀਂ ਤਾਂ ਇਸ ਪੰਡਤ ਨੂੰ ਐਡਾ ਵਿਦਵਾਨ ਮੰਨਦੇ ਸੀ, ਇਹ ਤਾਂ ਸੰਗਤ ਵਿੱਚ 2 ਫੁੱਟ ਉੱਚਾ ਬੈਠ ਕੇ ਕਥਾ ਸੁਣਾਉਂਦਾ ਤੇ ਆਪ ਇਹ ਖੋਤੇ ਦੀ ਆਵਾਜ਼ ਸੁਣ ਕੇ ਦਾ ਪੁੱਤਰ ਡਰ ਕੇ ਆ ਗਿਆ ਤੇ ਇਹਦੇ ਉਪਦੇਸ਼ ਦਾ ਦੂਜਿਆਂ ਤੇ ਕੀ ਅਸਰ ਹੋਏਗਾ ਜਿਹਦਾ ਆਪਣਾ ਹੀ ਪੁੱਤਰ ਇਹਦੀ ਬਚਨਾਂ ਤੇ ਭਰੋਸਾ ਨਹੀਂ ਕਰਦਾ। ਵਿਪਰ ਬੁਲਾਏ ਬਾਗ ਬਾਰ ਭਨਿਓ। ਮਹਾਰਾਜ ਸਤਿਗੁਰੂ ਨੇ ਆਪਣੇ ਕੋਲ ਬੁਲਾ ਲਿਆ ਉਸ ਪੰਡਤ ਨੂੰ, ਕਹਿਣ ਲੱਗੇ ਵੀ ਗੱਲ ਸੁਣੋ। ਭਗਤ ਆਨੰਨ ਕਹਾਵਤ ਪੰਡਤ। ਕਹਿਣ ਲੱਗੇ ਪੰਡਤ ਜੀ ਤੁਸੀਂ ਕਹਿੰਦੇ ਸੀ ਉਹ ਦਿਨ ਮਨ ਦੇ ਵਿੱਚ ਸੋਚਦੇ ਸੀ ਵੀ ਮੈਨੂੰ ਆਨੰਨ ਭਗਤ ਕਿਉਂ ਨਹੀਂ ਕਿਹਾ, ਆਓ ਤੁਹਾਨੂੰ ਦੱਸਦੇ ਹਾਂ ਆਨੰਨ ਭਗਤ ਕਿਹਨੂੰ ਕਹਿੰਦੇ ਹਨ। ਹਰ ਤੇ ਯਾਤਰਾ ਕੀਨ ਸਖੰਡਤ। ਤਾਂ ਕਰਕੇ ਤੁਹਾਨੂੰ ਆਨੰਨ ਭਗਤ ਨੇ ਕਹਿੰਦੇ, ਅੱਜ ਇੱਕ ਖੋਤੇ ਦੀ ਆਵਾਜ਼ ਸੁਣ ਕੇ ਤੁਸੀਂ ਤਾਂ ਸਾਰਾ ਪੈਂਡਾ ਹੀ ਖਤਮ ਕਰ ਦਿੱਤਾ, ਰਸਤੇ ਵਿੱਚੋਂ ਹੀ ਮੁੜ ਕੇ ਵਾਪਸ ਆ ਗਏ ਹੋ। ਗਣਪਤ ਆਦ ਪੰਚਾਗਮਨ ਆਏ। ਕੀ ਤੁਹਾਨੂੰ ਭਰੋਸਾ ਨਹੀਂ ਜਦੋਂ ਤੁਸੀਂ ਅਰਦਾਸ ਕੀਤੀ ਸੀ ਆਪਣੇ ਇਸ਼ਟ ਦੇ ਅੱਗੇ, ਗਣੇਸ਼ ਦੀ ਪੂਜਾ ਕਰਦਿਆਂ ਤੁਸੀਂ ਆਪਣਾ ਮਸਤਕ ਥੱਲੇ ਲਾਇਆ ਧਰਤੀ ਨਾਲ, ਦੋਵੇਂ ਹੱਥ ਥੱਲੇ ਲਾਇਆ, ਆਪਣੇ ਗੋਡੇ ਟੇਕੇ, ਆਪਣੀਆਂ ਅੱਖਾਂ ਥੱਲੇ ਲਾਈਆਂ, 5 ਅੰਗ ਸਰੀਰ ਦੇ ਲਾ ਕੇ ਤੁਸਾਂ ਨੇ ਅਰਦਾਸ ਕੀਤੀ ਹੈ। ਇਨ ਪਰ ਨਿਸ਼ਚਾ ਨਹੀਂ ਟਿਕਾਏ। ਕੀ ਗੱਲ ਨਿਸ਼ਚਾ ਨਹੀਂ ਸੀ ਆਪਣੇ ਗਣੇਸ਼ ਦੇ ਉੱਤੇ ਵੀ ਜਿਹਦਾ ਨਾਮ ਲੈ ਕੇ ਚੱਲਿਆ ਤੇ ਰਸਤੇ ਵਿੱਚੋਂ ਖੋਤੇ ਦੀ ਆਵਾਜ਼ ਸੁਣ ਕੇ ਵਾਪਸ ਆ ਗਏ ਆ? ਇਹ ਤੂੰ ਕਿਹੋ ਜਿਹਾ ਅਨੰਨ ਸੇਵਕ ਹੈ ਆਪਣੇ ਇਸ਼ਟ ਦਾ। ਸਿੱਖ ਅਨੰਨ ਭਗਤ ਹੈ ਮੇਰੇ। ਹਾਂ, ਜੇ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਕਿਉਂ ਨਹੀਂ ਅਸੀਂ ਅਨੰਨ ਕਹਿੰਦੇ, ਕਿਉਂ ਨਹੀਂ ਏਡੀ ਉੱਚੀ ਜਗ੍ਹਾ ਦਿੰਦੇ, ਕਿਉਂ ਨਹੀਂ ਸਤਿਕਾਰ ਕਰਦੇ, ਕਿਉਂਕਿ ਪੰਡਤ ਹਮੇਸ਼ਾ ਹੀ ਉਲਾਮਾ ਦਿੰਦੇ ਸਨ ਸਤਿਗੁਰਾਂ ਨੂੰ ਵੀ ਅਸੀਂ ਉੱਚ ਸ਼੍ਰੇਣੀ ਦੇ, ਅਸੀਂ ਵਿਦਵਾਨ, ਤੁਸੀਂ ਕਿਉਂ ਨਹੀਂ ਸਾਨੂੰ ਮਾਣ ਦਿੰਦੇ। ਤੇ ਮਹਾਂਪੁਰਖ ਹਮੇਸ਼ਾ ਇਹ ਧਾਰਨਾ ਪੜ੍ਹਦੇ ਹੁੰਦੇ ਸਨ, ਨਾਮ ਜਪੀਏ ਤੇ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਗੁਰਮਤਿ ਦੇ ਅੰਦਰ ਅੱਜ ਤੱਕ ਜਿੰਨੇ ਵੀ ਮਾਣ ਪ੍ਰਾਪਤ ਕੀਤਾ ਉਹਨੇ ਪਹਿਲਾਂ ਸੇਵਾ ਕੀਤੀ, ਹੱਥੀਂ ਸੇਵਾ ਕਰਕੇ ਸੰਗਤ ਦੇ ਵਿੱਚ ਮਾਣ ਪਾਇਆ, ਜਿਸ ਨੇ ਵੀ ਪਾਇਆ। ਸਤਿਗੁਰੂ ਬਚਨ ਕਹਿੰਦੇ ਨੇ, ਸੁਣੋ ਪੰਡਤ ਜੀ, ਜੇ ਤੁਸੀਂ ਸਵਾਲ ਕਰਦੇ ਹੋ ਕਿ ਵਿਦਵਾਨਾਂ ਨੂੰ ਅਸੀਂ ਕਿਉਂ ਨਹੀਂ ਅਨੰਨ ਸੇਵਕ ਕਹਿੰਦੇ, ਆਜ ਤੈਨੂੰ ਅਨੰਨ ਦੀ ਪਰਿਭਾਸ਼ਾ ਦੱਸਦੇ ਹਾਂ। ਜੇ ਨਾ ਪ੍ਰਤੀਤ ਲਿਓ ਅਬਹੇਰੇ। ਹਾਂ, ਜੇ ਤੈਨੂੰ ਅਜੇ ਵੀ ਪ੍ਰਤੀਤ ਨਹੀਂ ਆਉਂਦੀ ਵੀ ਮੈਂ ਆਪਣੇ ਸਿੱਖਾਂ ਨੂੰ ਕਿਉਂ ਇੰਨਾ ਪਿਆਰ ਕਰਦਾ ਹੈ, ਕਿਉਂ ਅਨੰਨ ਸਿੱਖ ਕਹਿਣਾ ਹੈ, ਤੇ ਆ ਤੈਨੂੰ ਉਹਦੀ ਮਿਸਾਲ ਹੁਣੇ ਹੀ ਦਿਖਾ ਦਿਆਂ। ਪੈੜੇ ਕੋ ਬੁਲਾਏ ਕਰ ਭਨਿਓ। ਮਹਾਰਾਜ ਨੇ ਉਸੇ ਵੇਲੇ ਭਾਈ ਪੈੜੇ ਮੋਖੇ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਸਿੱਖਾ ਇੱਧਰ ਆ, ਸਾਡਾ ਬਚਨ ਸੁਣ। ਦੇਸ਼ ਸੰਗਲਾ ਦੀਪ ਜੇ ਸੁਨਿਓ। ਕਹਿਣ ਲੱਗੇ ਤੂੰ ਨਾਮ ਸੁਣਿਆ ਨਾ ਸੰਗਲਾ ਦੀਪ ਦਾ, ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ, ਜਿਹਨੂੰ ਅੱਜ ਕੱਲ ਸ਼੍ਰੀ ਲੰਕਾ ਕਹਿੰਦੇ ਨੇ। ਕਹਿਣ ਲੱਗੇ ਉਹ ਜੋ ਏਡੀ ਦੂਰ ਦੇਸ਼ ਹੈ, ਪ੍ਰਾਣ ਸੰਗਲੀ ਪੋਥੀ ਤਹਾਂ। ਉੱਥੇ ਨਾ ਇੱਕ ਪੋਥੀ ਪਈ ਹੈ, ਜਿਸ ਪੋਥੀ ਦਾ ਨਾਮ ਹੈ ਪ੍ਰਾਣ ਸੰਗਲੀ। ਹੁਣ ਦੇਖੋ ਇੱਧਰ ਪੰਡਤ ਦਾ ਪੁੱਤਰ ਵੀ ਪੋਥੀਆਂ ਲੈਣ ਚੱਲਿਆ ਹੈ ਤੇ ਉਧਰ ਗੁਰੂ ਸਾਹਿਬ ਦਾ ਸਿੱਖ ਵੀ ਪੋਥੀ ਲੈਣ ਵਾਸਤੇ ਚੱਲਿਆ ਹੈ। ਲੈ ਆਵਹੁ ਗਮਨੁ ਮਗ ਮਹਾ। ਮਹਾਰਾਜ ਕਹਿਣ ਲੱਗੇ ਭਾਈ ਪੈੜਾ ਜੀ, ਰਸਤੇ ਤੇ ਚੱਲ ਪਾਓ ਤੇ ਜਿੰਨੀ ਛੇਤੀ ਹੋ ਸਕੇ ਉਸ ਪੋਥੀ ਨੂੰ ਲੈ ਆਵੋ। ਸ਼੍ਰੀ ਨਾਨਕ ਸਤਿਗੁਰ ਤਹ ਗਏ। ਉਸ ਸਥਾਨ ਤੇ ਜਿਹੜਾ ਸ਼੍ਰੀ ਲੰਕਾ ਦੇਸ਼ ਹੈ, ਇਸ ਅਸਥਾਨ ਸੰਗਲਾ ਦੀਪ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ। ਉਸ ਸਮੇਂ ਰਾਜਾ ਸ਼ਿਵਨਾਭ ਸੀ ਜਦੋਂ ਸਤਿਗੁਰੂ ਗਏ ਹਨ। ਗੁਰਮਤਿ ਮਹਾ ਦ੍ਰਿੜਾਵਤ ਭਏ। ਔਰ ਉਸ ਸਮੇਂ ਸਾਰੀ ਪ੍ਰਜਾ ਦੇ ਸਮੇਤ ਰਾਜੇ ਨੂੰ ਗੁਰਮਤਿ ਦ੍ਰਿੜ ਕਰਵਾਈ ਸੀ। ਨਿਰਪਤ ਸਹਿਤ ਨਰ ਦੇਸ਼ ਤਿਸੀ ਕੋਏ। ਔਰ ਜਿਤਨੇ ਵੀ ਉਸ ਦੇਸ਼ ਦੇ ਪ੍ਰਜਾ ਸੀ ਰਾਜੇ ਦੇ ਸਮੇਤ ਸਾਰੇ ਹੀ ਸਿੱਖ ਧਰਮ ਦੇ ਧਾਰਨੀ ਹੋਏ ਹਨ। ਸਿੱਖੀ ਧਾਰਨ ਕੀਨ ਸਨੀਕੇ। ਔਰ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਸਿੱਖੀ ਨੂੰ ਕਮਾਇਆ, ਸਾਰੇ ਹੀ ਸਿੱਖ ਬਣ ਗਏ। ਸ਼੍ਰੀ ਨਾਨਕ ਕੀ ਕਿਰਪਾ ਵਿਸਾਲਾ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਸਤਨਾਮ ਦੇ ਕਰੇ ਨਿਹਾਲ। ਸਤਨਾਮ ਦਾ ਮੰਤਰ ਦੇ ਕੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਦ੍ਰਿੜ ਕਰਾ ਕੇ ਸਾਰਿਆਂ ਨੂੰ ਨਿਹਾਲ ਕੀਤਾ ਸੀ। ਜਿਮ ਤਹ ਗਏ ਕਰੀ ਜਿਮ ਲੀਲਾ। ਔਰ ਜਿਸ ਤਰ੍ਹਾਂ ਸਤਿਗੁਰੂ ਉੱਥੇ ਗਏ ਤੇ ਜਿਵੇਂ ਉੱਥੇ ਜਾ ਕੇ ਸ਼ਬਦ ਦੀ ਕਲਾ ਨੂੰ ਪ੍ਰਗਟ ਕੀਤਾ, ਜਿਮ ਉਪਦੇਸ਼ੋ ਨਿਰਪਤ ਸੁਸ਼ੀਲਾ। ਔਰ ਜਿਸ ਤਰ੍ਹਾਂ ਉਸ ਰਾਜੇ ਨੂੰ ਉਪਦੇਸ਼ ਦਿੱਤਾ, ਜਿਵੇਂ
ਜਿਵੇਂ ਜਿਵੇਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਕਹਾਂ ਪ੍ਰਸੰਗ ਸਗਲ ਇਹ ਜਨ। ਮਹਾਰਾਜ ਕਹਿੰਦੇ ਉਹ ਜਿਹੜਾ ਪ੍ਰਸੰਗ ਉਸ ਸਮੇਂ ਜੋ ਆਪਸੀ ਗੱਲਬਾਤ ਜੋ ਸਵਾਲ ਜਵਾਬ ਹੋਏ ਸਨ, ਪ੍ਰਾਣ ਸੰਗਲੀ ਰਚਹਿ ਮਹਾਨ। ਉਹ ਜਿਹੜੀ ਪੋਥੀ ਹੈ ਨਾ ਪ੍ਰਾਣ ਸੰਗਲੀ, ਉਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਹੈ। ਅਮਰੋ ਸਿੱਖ ਆਵੈ ਤਿਸ ਦੀਜੈ। ਹਾਂ, ਉਦੋਂ ਮਹਾਰਾਜ ਉਦੋਂ ਹੁਕਮ ਕਰ ਗਏ ਸਨ ਰਾਜਾ ਸ਼ਿਵ ਨਾਭ ਨੂੰ ਵੀ ਦੇਖ ਅਸੀਂ ਹੁਣ ਇੱਥੋਂ ਵਾਪਸ ਚੱਲ ਰਹੇ ਹਾਂ, ਅਸੀਂ ਪ੍ਰਚਾਰਕ ਦੌਰੇ ਕਰਨੇ ਨੇ, ਪਰ ਕੁਝ ਸਮਿਆਂ ਦੇ ਬਾਅਦ ਸਾਡਾ ਇੱਥੇ ਇੱਕ ਸਿੱਖ ਆਵੇਗਾ। ਤਬ ਲਗੇ ਹਾਂ ਰਾਖਬੋ ਕੀਜੈ। ਮਹਾਰਾਜ ਕਹਿੰਦੇ ਉਹਨਾਂ ਚਿਰੇ ਪ੍ਰਾਣ ਸੰਗਲੀ ਨਾਮ ਦੀ ਜਿਹੜੀ ਪੋਥੀ ਹੈ ਸ਼ਿਵ ਨਾਭ ਤੂੰ ਆਪਣੇ ਕੋਲ ਰੱਖ ਪਰਿਵਾਰ ਵਿੱਚ, ਸਮਾਂ ਆਏਗਾ ਸਾਡਾ ਸਿੱਖ ਆਪ ਆ ਕੇ ਤੇਰੇ ਕੋਲੋਂ ਮੰਗ ਲਵੇਗਾ। ਸਿਮਰ ਬਾਤ ਹੈ ਅਰਜਨ ਨਾਥ। ਹਾਂ, ਉਸ ਨੂੰ ਘਟਨਾ ਨੂੰ ਯਾਦ ਕਰਦਿਆਂ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਯਾਦ ਕੀਤਾ ਹੈ। ਪੈੜੇ ਕੋ ਕਹਿ ਦਈ ਸੋ ਗਾਥ। ਔਰ ਭਾਈ ਪੈੜੇ ਨੂੰ ਇਹ ਸਾਰੀ ਵਾਰਤਾ ਸੁਣਾ ਕੇ ਕਹਿਣ ਲੱਗੇ ਉਸ ਪੋਥੀ ਦੀ ਅਸੀਂ ਗੱਲ ਕਰਦੇ ਹਾਂ, ਜਾਓ ਜਾ ਕੇ ਲੈ ਕੇ ਆਓ। ਲਿਖਿਓ ਹੁਕਮਨਾਮਾ ਜਿਮ ਭਾਇਓ। ਔਰ ਜਿਸ ਤਰ੍ਹਾਂ ਜੋ ਸ਼ਬਦ ਸਤਿਗੁਰੂ ਨੂੰ ਚੰਗੇ ਲੱਗੇ ਉਹ ਹੁਕਮਨਾਮਾ ਦੇ ਵਿੱਚ ਲਿਖ ਦਿੱਤੇ। ਗੁਰ ਪ੍ਰਸੰਨ ਹਵਾ ਕਰ ਪਕੜਾਇਓ। ਔਰ ਬੜੇ ਪ੍ਰਸੰਨ ਚਿਤ ਹੋ ਕੇ ਮਹਾਰਾਜ ਨੇ ਹੁਕਮਨਾਮਾ ਪੈੜੇ ਦੇ ਹੱਥ ਵਿੱਚ ਪਕੜਾ ਦਿੱਤਾ। ਸ੍ਰੀ ਨਾਨਕ ਪੋਥੀ ਤਿਸ ਥਾਈ। ਔਰ ਜਿਸ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਪੋਥੀ ਛੱਡ ਗਏ ਸਨ, ਰਹਾ ਹਕੀਕਤ ਸਗਲ ਸੁਨਾਈ। ਔਰ ਸਾਰੀ ਹਕੀਕਤ ਸੁਣਾ ਕੇ ਪੈੜੇ ਨੂੰ ਉਸ ਧਰਤੀ ਵੱਲ ਰਵਾਨਾ ਕਰਨ ਲੱਗੇ ਹਨ। ਪੋਥੀ ਦੇਹੋ ਸੋ ਖੋਲੋ ਨਾਹੀ। ਔਰ ਨਾਲ ਤਾਕੀਦ ਵੀ ਕੀਤੀ ਵੀ ਦੇਖ ਜਿਹੜੀ ਪੋਥੀ ਲੈਣ ਵਾਸਤੇ ਚੱਲਿਆ ਉਹਨੂੰ ਰਸਤੇ ਵਿੱਚ ਖੋਲ ਕੇ ਨਹੀਂ ਦੇਖਣਾ, ਉਹਨੂੰ ਪੜ੍ਹਨਾ ਨਹੀਂ ਵੀ ਉਹਦੇ ਵਿੱਚ ਕੀ ਲਿਖਿਆ। ਜਿਵੇਂ ਗੁਰੂ ਨਾਨਕ ਸਾਹਿਬ ਉਹਨੂੰ ਸਮੇਟ ਕੇ ਰੱਖ ਗਏ ਨੇ, ਤੂੰ ਉਸੇ ਤਰ੍ਹਾਂ ਹੀ ਲੈ ਕੇ ਸਾਡੇ ਕੋਲ ਪਹੁੰਚਣਾ ਹੈ। ਹਟੋ ਲੇਹੋ ਆਭੋ ਹਮ ਪਾਹੀ। ਮਹਾਰਾਜ ਕਹਿੰਦੇ ਜਾ ਕੇ ਪੋਥੀ ਲਓ, ਲੈ ਕੇ ਮਿਲ ਕੇ ਸਾਰਿਆਂ ਨੂੰ ਛੇਤੀ ਸਾਡੇ ਕੋਲ ਵਾਪਸ ਆ ਜਾਓ। ਇੱਕ ਸਿੱਖ ਰਾਖੇ ਪੈਸੇ 5। ਇਹਨੇ ਚਿਰ ਨੂੰ ਜਦੋਂ ਮਹਾਰਾਜ ਸਮਝਾ ਰਹੇ ਸਨ ਭਾਈ ਪੈੜੇ ਮੋਖੇ ਨੂੰ, ਇੱਕ ਸਿੱਖ ਆਇਆ ਜਿਹਨੇ ਆ ਕੇ ਦਰਸ਼ਨ ਕਰਨ ਲੱਗਿਆ 5 ਪੈਸੇ ਭੇਟਾ ਰੱਖ ਦਿੱਤੀ। ਸੋ ਖਰਚੀ ਦੀਨੀ ਗੁਰ ਸਾਜ। ਮਹਾਰਾਜ ਨੇ ਉਹ 5 ਪੈਸੇ ਚੁੱਕੇ ਤੇ ਚੁੱਕ ਕੇ ਭਾਈ ਪੈੜੇ ਮੋਖੇ ਦੀ ਤਲੀ ਤੇ ਰੱਖ ਦਿੱਤੇ। ਕਹਿਣ ਲੱਗੇ ਲੈ ਰਾਹ ਦਾ ਖਰਚਾ ਵੀ ਲੈ ਜਾ, ਹੁਣ ਸਮੁੰਦਰੋਂ ਪਾਰ ਜਾਣਾ ਹੈ, ਸੈਂਕੜੇ ਮੀਲ ਸਫ਼ਰ ਤੈਅ ਕਰਨਾ ਹੈ ਤੇ 5 ਪੈਸੇ ਤਾਂ ਪੰਜਾਬ ਦੀ ਹੱਦ ਤੋਂ ਬਾਹਰ ਜਾਣ ਵਾਸਤੇ ਵੀ ਕਾਫੀ ਨਹੀਂ। ਪਰ ਦੇਖਿਓ ਸਿੱਖ ਦਾ ਜਿਗਰਾ ਕੈਸਾ ਹੈ। ਸਗਰ ਬਾਤ ਸਮਝਾਏ ਪਠਾਇਓ। ਔਰ ਸਾਰੀ ਚੰਗੀ ਤਰ੍ਹਾਂ ਗੱਲਬਾਤ ਰਸਤੇ ਬਾਰੇ ਦੱਸ ਕੇ ਮਹਾਰਾਜ ਨੇ ਰਵਾਨਾ ਕਰ ਦਿੱਤਾ। ਹੁਣ ਆਇਸ ਤਤਕਾਲ ਸਦਾਇਓ। ਉਸੇ ਵੇਲੇ ਸਿੱਖ ਨੇ ਕੋਈ ਸਵਾਲ ਨਹੀਂ ਕੀਤਾ, ਜਿਵੇਂ ਪਾਤਸ਼ਾਹ ਨੇ ਕਿਹਾ ਸੀ ਉਹ 5 ਪੈਸੇ ਲੈ ਕੇ ਮੱਥਾ ਟੇਕ ਦਿੱਤਾ। ਪੰਡਤ ਕੋ ਦਿਖਾਏ ਤਬ ਕਹਿਓ। ਮਹਾਰਾਜ ਨੇ ਦਿਖਾਇਆ ਪੰਡਤ ਨੂੰ, ਕਹਿਣ ਲੱਗੇ ਦੇਖੋ ਬ੍ਰਾਹਮਣ ਜੀ ਉਹ ਮੇਰਾ ਸਿੱਖ ਜਾ ਰਿਹਾ, 5 ਪੈਸੇ ਨੇ ਉਹਦੇ ਹੱਥ ਦੇ ਵਿੱਚ ਤੇ ਸਮੁੰਦਰੋਂ ਪਾਰ ਉਹਨੇ ਜਾ ਕੇ ਸੰਗਲਾ ਦੀਪ ਵਿੱਚ ਪ੍ਰਵੇਸ਼ ਕਰਨਾ ਹੈ। ਗਮਨਿਓ ਸਿੱਖ ਭਲੇ ਤੈਂ ਲਹਿਓ। ਹਾਂ, ਕਹਿਣ ਲੱਗੇ ਦੇਖੋ ਭਲਾ ਸਮਾਂ ਦੇਖ ਕੇ ਮੇਰਾ ਸਿੱਖ ਕਿਸੇ ਚੀਜ਼ ਦੀ ਵਿਚਾਰ ਨਹੀਂ ਕੀਤੀ, ਜਿਵੇਂ ਹੁਕਮ ਕੀਤਾ ਹੈ ਗੁਰੂ ਨੇ ਸੁਣ ਕੇ ਚੱਲ ਪਿਆ ਹੈ। ਵਾਰ ਮਹੂਰਤ ਤਿਥ ਨਹੀਂ ਪੁੱਛਿਆ। ਕੋਈ ਉਹਨੇ ਵਾਰ ਨਹੀਂ ਪੁੱਛਿਆ, ਕੋਈ ਥਿਤ ਬਾਰੇ ਵਿਚਾਰ ਨਹੀਂ ਕੀਤੀ, ਕੋਈ ਮਹੂਰਤ ਨਹੀਂ ਸੋਧ ਕੇ ਦੇਖਿਆ, ਬਸ ਗੁਰੂ ਦਾ ਬਚਨ ਸੁਣਿਆ ਤੇ ਸੁਣ ਕੇ ਚੱਲ ਪਿਆ ਹੈ। ਬਿਨਾਂ ਖਰਚ ਤੇ ਮਨ ਨਹਿ ਛੂਛਾ। ਤੇ ਬਿਨਾਂ ਖਰਚ ਤੋਂ ਮਨ ਨਹਿ ਛੂਛਾ, ਬਿਨਾਂ ਖਰਚ ਤੋਂ ਚੱਲਿਆ ਕਿਉਂਕਿ ਮਨ ਭਰਿਆ ਹੋਇਆ, ਮਨ ਨਹਿ ਛੂਛਾ। ਛੂਛੇ ਦੇ ਅਰਥ ਹੁੰਦੇ ਨੇ ਖਾਲੀ। ਕਹਿਣ ਲੱਗੇ ਸੰਤੋਖ ਨਾਲ ਮਨ ਭਰਿਆ ਹੋਣਾ ਚਾਹੀਦਾ, ਪੈਸੇ ਦੀ ਕਿਹੜੀ ਗੱਲ ਹੈ। ਤੁਹਾਡੇ ਮਨ ਖਾਲੀ ਨੇ, ਜਾਇਦਾਦ ਤਾਂ ਤੁਹਾਡੇ ਕੋਲ ਵੀ ਹੈ ਪਰ ਮਨ ਕਰਕੇ ਖਾਲੀ ਹੋ। ਸਿੱਖ ਮੇਰੇ ਦੀ ਜੇਬ ਤੇ ਭਾਵੇਂ ਖਾਲੀ ਹੈ ਪਰ ਮਨ ਦੇਖੋ ਦਾ ਕਿੱਡਾ ਸੰਤੋਖ ਨਾਲ ਭਰਿਆ ਹੈ। 5 ਪੈਸੇ ਪਕੜਾਏ ਨੇ ਤੇ ਕੋਈ ਸਵਾਲ ਨਹੀਂ ਕੀਤਾ, ਉਸ ਕਹਿ ਕੇ ਦੇਖ ਕੇ 7 ਵਜਨ ਕਹਿ ਕੇ ਤੁਰ ਗਿਆ ਹੈ। ਨਿਸ਼ਚਾਇਕ ਕਰਨ ਅਰਦਾਸ। ਮਹਾਰਾਜ ਕਹਿੰਦੇ ਇਹ ਹੈ ਨਿਸ਼ਚਾ, ਇਹਨੂੰ ਕਹਿੰਦੇ ਨੇ ਗੁਰੂ ਚਰਨਾਂ ਤੇ ਭਰੋਸਾ, ਇੱਕ ਦੇ ਚਰਨਾਂ ਦੇ ਨਾਲ ਜਿਹੜਾ ਜੁੜਿਆ ਹੈ। ਨਿਤ ਜਾਣ ਹੈ ਜਹ ਕਹੈ ਗੁਰ ਪਾਸ। ਉਹ ਮੇਰਾ ਸਿੱਖ ਇਹੀ ਜਾਣਦਾ ਵੀ ਮੈਂ ਜਿੱਥੇ ਕਿੱਥੇ ਵੀ ਜਾਣਾ ਮੇਰਾ ਗੁਰੂ ਮੇਰੇ ਨਾਲ ਹੈ। ਸਿੱਖ ਆਪਣੇ ਆਪ ਨੂੰ ਕਦੇ ਇਕੱਲਾ ਨਹੀਂ ਮੰਨਦਾ। ਭਗਤ ਆਨੰਦ ਕਹਾਵਤ ਐਸੇ। ਮਹਾਰਾਜ ਕਹਿੰਦੇ ਐਸੇ ਸਿੱਖ ਫਿਰ ਆਪਣੇ ਆਪ ਨੂੰ ਅਨੰਨ ਭਗਤ ਕਹਾਉਂਦੇ ਨੇ। ਇਹ ਅਧਿਕਾਰੀ ਨੇ ਅਨੰਨ ਭਗਤ ਬਣਦੇ, ਇਹ ਮੇਰੇ ਪਿਆਰੇ ਨੇ, ਇਹਨਾਂ ਨੂੰ ਮੈਂ ਫਿਰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਕਰਦਾ ਹਾਂ। ਦੇਖੋ ਉਹ ਦਿਹਾੜਾ ਸ਼ੁਰੂ ਹੋ ਚੁੱਕੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਪਰਿਵਾਰ ਹੈ ਉਹਨਾਂ ਦਾ, ਪੁੱਤਰ ਨੇ ਸਤਿਗੁਰੂ ਦੇ 4,
ਆਨੰਦਪੁਰੀ ਦੇ ਵਿੱਚ ਨਿਵਾਸ ਰੱਖਦੇ ਨੇ। ਉਹਨਾਂ ਦੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲੋਂ ਇਹ ਖਰੀਦੀ ਹੋਈ ਜਾਇਦਾਦ, ਕਿਸੇ ਦੀ ਦਾਨ ਕੀਤੀ ਜਾਇਦਾਦ ਤੇ ਨਹੀਂ ਬੈਠੇ। ਤੇ ਇੱਕ ਸ਼ਬਦ ਕਹਿੰਦੇ ਨੇ ਸਤਿਗੁਰੂ ਉੱਥੇ ਬੈਠ ਕੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਵਾਰਨ ਦਾ ਅਰਥ ਬੜੇ ਡੂੰਘੇ ਅਰਥ ਰੱਖਦਾ ਹੈ ਸ਼ਬਦ ਵਾਰਨਾ। ਅਸੀਂ ਵੀ ਆਪਣੇ ਧੀਆਂ ਪੁੱਤਰਾਂ ਤੋਂ ਵਿਆਹ ਸਮਾਗਮ ਦੇ ਸਮੇਂ ਪੈਸੇ ਵਾਰ ਕੇ ਸੁੱਟਦੇ ਹਾਂ, ਕੱਪੜੇ ਵਾਰ ਕੇ ਗਰੀਬਾਂ ਨੂੰ ਦਿੰਦੇ ਹਾਂ, ਕਈ ਤਰ੍ਹਾਂ ਦੇ ਕਰਮ ਕਰਨੇ ਆ। ਉਹਦਾ ਇੱਕ ਅਰਥ ਹੁੰਦਾ ਹੈ ਵੀ ਇਹ ਜੋ ਕੁਝ ਅਸੀਂ ਸਿਰ ਉੱਤੋਂ ਵਾਰ ਕੇ ਦੇ ਰਹੇ ਹਾਂ, ਇਹ ਮੇਰੇ ਇਸ ਪੁੱਤਰ ਦੇ ਤੋਂ ਵੱਧ ਕੀਮਤ ਨਹੀਂ ਰੱਖਦਾ, ਮੈਂ ਇਹਨੂੰ ਛੋਟਾ ਸਮਝ ਕੇ ਦਾਨ ਕਰ ਰਿਹਾ, ਭਾਵੇਂ ਉਹ ਸੋਨਾ ਹੈ, ਪੈਸਾ, ਚਾਂਦੀ, ਕੁਛ ਮਰਜ਼ੀ ਹੋਵੇ, ਵੀ ਮੈਂ ਇਹਨੂੰ ਇੰਨਾ ਮਹੱਤਵ ਦਿੰਦਾ ਜ਼ਿੰਦਗੀ ਦੇ ਵਿੱਚ ਵੀ ਇਹਦੇ ਸਾਹਮਣੇ ਸੋਨਾ, ਪੈਸਾ, ਜਾਇਦਾਦ ਕੁਛ ਵੀ ਨਹੀਂ, ਮੈਂ ਵਾਰ ਦਿੰਦਾ ਇਹਦੇ ਸਿਰ ਤੋਂ ਸਭ ਕੁਝ। ਇਹ ਮੇਰੇ ਕੋਲ ਹੋਣਾ ਚਾਹੀਦਾ ਮੇਰਾ ਪੁੱਤਰ, ਬਾਕੀ ਮੈਂ ਸਭ ਕੁਝ ਇਹਦੇ ਤੋਂ ਵਾਰ ਦਿੰਦਾ। ਤੇ ਗੁਰੂ ਗੋਬਿੰਦ ਸਿੰਘ ਜੀ ਬਚਨ ਕਹਿੰਦੇ ਨੇ, ਇਨ ਪੁੱਤਰਨ ਕੇ, ਸਾਡੇ ਵੱਲ ਇਸ਼ਾਰਾ ਕਰਦੇ ਨੇ ਵੀ ਇਹ ਜਿਹੜਾ ਮੇਰਾ ਖਾਲਸਾ ਪੰਥ ਮੇਰਾ ਪੁੱਤਰ ਹੈ, ਇਹ ਮੈਨੂੰ ਇੰਨਾ ਪਿਆਰਾ ਹੈ ਵੀ ਆਪਣੇ ਪਰਿਵਾਰ ਤੋਂ ਵੀ ਵੱਧ ਪਿਆਰਾ ਹੈ। ਵਾਰ ਦੀਏ ਸੁਤ ਚਾਰ, ਸਿੱਖ ਮੇਰੇ ਪੁੱਤਰਾਂ ਨੂੰ ਬੜਾ ਪਿਆਰ ਕਰਦੇ ਨੇ ਤੇ ਮੈਂ ਆਪਣੇ ਸਿੱਖਾਂ ਨੂੰ ਬੜਾ ਪਿਆਰ ਕਰਦਾ ਵਾਂ। ਇਹਨਾਂ ਦੇ ਸੀਸ ਉੱਤੋਂ ਮੈਂ ਆਪਣੇ 4 ਪੁੱਤਰ ਵਾਰਨ ਵਾਸਤੇ ਤਿਆਰ ਹਾਂ, ਵਾਰ ਦਿਆਂਗਾ, ਪਰ ਮੈਂ ਇਹਨੂੰ ਆਂਚ ਨਹੀਂ ਆਉਣ ਦਿਆਂਗਾ। ਐਸੀ ਵਸਤ ਜਗਤ ਮੈਂ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਕੋਈ ਪਿੱਛੇ ਰਹਿ ਨਹੀਂ ਸੀ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਿਹੜਾ ਉਹਨਾਂ ਆਪਣੇ ਪੰਥ ਦੀ ਝੋਲੀ ਵਿੱਚ ਨਾ ਪਾਇਆ ਹੋਵੇ। ਏਡਾ ਮਹਾਨ ਉੱਚਾ ਰੁਤਬਾ ਦਿੱਤਾ, ਜਿੱਥੇ ਅਸੀਂ ਸ਼ਬਦ ਵਰਤਦੇ ਹਾਂ ਗੁਰੂ ਗ੍ਰੰਥ, ਨਾਲ ਕਿਹਾ ਗੁਰੂ ਪੰਥ। ਪੰਥ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਹੈ। ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰਹੇਗੀ, ਜੁਗਤ ਮੇਰੇ ਪੰਥ ਦੇ ਵਿੱਚ ਰਹੇਗੀ। ਪੰਥ ਤੇ ਗ੍ਰੰਥ ਦੋਵੇਂ ਜੁੜ ਕੇ ਸੰਸਾਰ ਦੀ ਅਗਵਾਈ ਕਰਨਗੇ। ਹਜੂਰ ਨੇ ਸ਼ਬਦ ਵਰਤੇ ਸਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੁਆ, ਜੀਵਤ ਕਈ ਹਜ਼ਾਰ। ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਲਾ ਇਕੱਲਾ ਸਿੱਖ ਆਉਂਦਾ ਹੈ। ਇੱਕ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਦਾ ਦੇਣਦਾਰ ਹੈ, ਕਿਉਂਕਿ ਸਤਿਗੁਰੂ ਨੇ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਸਿੱਖ ਦੀ ਝੋਲੀ ਵਿੱਚ ਨਹੀਂ ਸੀ ਉਸ ਸਮੇਂ ਪਾਈ। ਸਭ ਕੁਝ ਦੇ ਦਿੱਤਾ ਸੀ, ਇੰਨਾ ਮਾਣ ਦਿੱਤਾ ਪੰਥ ਨੂੰ। ਉਸ ਸਤਿਗੁਰੂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜਿਆਂ ਦਾ 15ਵਾੜਾ ਸ਼ੁਰੂ ਹੋ ਚੁੱਕਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਚੜ੍ਹਦੀ ਜਵਾਨੀ ਵਿੱਚ ਸਨ, ਥੋੜੀ ਥੋੜੀ ਦਾੜੀ ਫੁੱਟਦੀ ਪਈ ਸੀ, ਇਸ ਦਾਸਤਾਨ ਬੇਨਤੀਆਂ ਕਰਨ ਲੱਗਾ ਕਿ ਉਹ ਘੇਰਾ ਆਨੰਦਪੁਰ ਸਾਹਿਬ ਨੂੰ ਜੋ 7-8 ਮਹੀਨੇ ਪਿਆ ਰਿਹਾ, ਉਸ ਘੇਰਾ ਪੈਣ ਦੇ ਕਾਰਨ ਕੀ ਸਨ। ਜਦੋਂ ਸਤਿਗੁਰੂ ਪਾਉਂਟਾ ਸਾਹਿਬ ਦੀ ਧਰਤੀ ਤੇ ਵਿਸ਼ਰਾਮ ਕਰਦੇ ਨੇ, ਦੀਵਾਨ ਲੱਗਦਾ ਹੈ, ਸਿੱਖ ਸੰਗਤਾਂ ਆਉਂਦੀਆਂ ਨੇ, ਆਤਮ ਖੁਰਾਕ ਦੇ ਪ੍ਰਾਪਤ ਕਰਨ ਵਾਸਤੇ ਸੇਵਕ ਆ ਰਹੇ ਨੇ, ਪੀਰ ਬੁੱਧੂ ਸ਼ਾਹ ਆ ਰਿਹਾ ਹੈ। ਪਰ ਸਮੇਂ ਦੀ ਅੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਇਹ ਸ਼ਾਹੀ ਠਾਠ ਬਾਠ ਹਮੇਸ਼ਾ ਹੀ ਰੜਕਦਾ ਰਿਹਾ ਹੈ। ਰੜਕਦਾ ਕਿਹਨਾਂ ਨੂੰ ਸੀ? 22 ਧਾਰ ਦੇ ਜਿਹੜੇ ਪਹਾੜੀ ਰਾਜੇ ਨੇ ਜਾਂ ਮੁਗਲਿਆ ਸਲਤਨਤ। ਉਹਦਾ ਇੱਕੋ ਇੱਕ ਕਾਰਨ ਹੈ ਕਿ ਫਕੀਰ ਤਖਤ ਤੇ ਕਿਉਂ ਬੈਠ ਰਿਹਾ ਹੈ। ਫਕੀਰ ਦੇ ਗਲ ਦੇ ਵਿੱਚ ਤਲਵਾਰਾਂ ਕਿਵੇਂ ਧਾਰਨ ਕਰ ਲਈਆਂ, ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਬੁੱਤ ਪ੍ਰਸਤੀ ਦੇ ਬਰਖਲਾਫ ਸਨ। ਤੇ ਔਰੰਗਜ਼ੇਬ ਕਈ ਵਾਰ ਕਹਿ ਚੁੱਕਾ ਸੀ ਮਹਾਰਾਜ ਨੂੰ ਕਿ ਤੁਸੀਂ ਵੀ ਬੁੱਤਾਂ ਨੂੰ ਨਹੀਂ ਮੰਨਦੇ ਤੇ ਮੈਂ ਵੀ ਨਹੀਂ ਮੰਨਦਾ, ਤੁਹਾਡਾ ਤੇ ਮੇਰਾ ਅਕੀਦਾ ਇੱਕੋ ਹੈ, ਤੇ ਜੇ ਕਿਧਰੇ ਤੁਸੀਂ ਮੇਰੀ ਮਦਦ ਕਰੋ, ਮੇਰੇ ਨਾਲ ਰਲ ਜੋ, ਜਿਵੇਂ ਮੈਂ ਸ਼ਾਹੀ ਠਾਠ ਬਾਠ ਭੋਗਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਐਸ਼ ਪ੍ਰਸਤੀ ਵਿੱਚ ਆਪਣਾ ਜੀਵਨ ਬਤੀਤ ਕਰ ਸਕਦੇ ਹੋ। ਤੇ ਗੁਰੂ ਗੋਬਿੰਦ ਸਿੰਘ ਅੱਗੋਂ ਜਵਾਬ ਦਿੰਦੇ ਨੇ, ਠੀਕ ਹੈ, ਤੂੰ ਵੀ ਬੁੱਤਾਂ ਨੂੰ ਨਹੀਂ ਮੰਨਦਾ, ਮੈਂ ਵੀ ਬੁੱਤਾਂ ਨੂੰ ਨਹੀਂ ਮੰਨਦਾ, ਪਰ ਤੇਰਾ ਤੇ ਮੇਰਾ ਨਿਸ਼ਚਾ ਇੱਕ ਨਹੀਂ। ਤੂੰ ਮਕਾਰੀ ਹੈ, ਧੋਖੇਬਾਜ਼ ਹੈ, ਫਰੇਬ ਦੇ ਨਾਲ ਲੋਕਾਂ ਨੂੰ ਲੁੱਟਦਾ ਹੈ, ਤੇ ਮੈਂ ਲੋਕਾਂ ਨੂੰ ਇਸ ਅਵਿਦਿਆ ਦੀ ਨੀਂਦ ਵਿੱਚੋਂ ਜਗਾ ਕੇ ਸੁਚੇਤ ਕਰਨ ਵਾਲਾ ਉਸ ਮਾਲਕ ਦਾ ਸੇਵਕ ਹਾਂ। ਹਜੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲਾ ਯੁੱਧ ਭੰਗਾਣੀ ਦੇ ਸਥਾਨ ਤੇ ਲੜਨਾ ਪਿਆ। ਇਹ ਸ਼ੁਰੂਆਤ ਹੈ ਸਤਿਗੁਰੂ ਦੇ ਜੀਵਨ ਦੇ ਵਿੱਚ ਯੁੱਧਾਂ ਦੀ। ਜਦੋਂ ਪਹਿਲਾ ਯੁੱਧ ਲੜਨਾ ਪਿਆ,
ਤੇ ਮਹਾਰਾਜ ਦੇ ਪ੍ਰਤੀ ਜਦੋਂ ਇਹ ਸ਼ਬਦ ਵਰਤੇ ਜਾਂਦੇ ਨੇ ਕਈ ਵਾਰ ਸਟੇਜਾਂ ਤੋਂ ਵੀ ਉਹਨਾਂ ਨੂੰ 22 ਤਿਉਹਾਰ ਦੇ ਤੇ ਮੁਗਲਿਆ ਸਲਤਨਤ ਨੇ ਧੋਖਾ ਦਿੱਤਾ, ਉਹ ਗੁਰੂ ਕੈਸਾ ਹੋਏਗਾ ਜਿਹਨੂੰ ਇੱਕ ਆਮ ਬੰਦਾ ਧੋਖਾ ਦੇ ਗਿਆ। ਗੁਰੂ ਨੂੰ ਤਾਂ ਮਾਇਆ ਨਹੀਂ ਧੋਖਾ ਦੇ ਸਕੀ, ਉਹ ਨਹੀਂ ਛਲ ਸਕੀ। ਬੰਦੇ ਦੀ ਕੀ ਔਕਾਤ ਹੈ ਕਿ ਕੋਈ ਰਾਜਾ ਬਾਦਸ਼ਾਹ, ਕੋਈ ਫਰੇਬੀ, ਕੋਈ ਰਾਜਨੀਤਿਕ ਬੰਦਾ ਗੁਰੂ ਨੂੰ ਧੋਖਾ ਦੇ ਜਾਏ। ਗੁਰੂ ਧੋਖੇ ਵਿੱਚ ਨਹੀਂ ਛਲਿਆ ਜਾਂਦਾ ਕਦੀ ਵੀ। ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਧੋਖੇ ਨੂੰ ਦੁਨੀਆ ਦੇ ਸਾਹਮਣੇ ਰੱਖਣਾ ਸੀ ਵੀ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਪਏ ਉਹ ਗੁਲਾਮ ਬਣ ਕੇ ਉਹ ਕਿੱਡਾ ਵੱਡਾ ਤੁਹਾਡੇ ਨਾਲ ਧੋਖਾ ਕਰ ਸਕਦੇ ਨੇ। ਉਹਨਾਂ ਦਾ ਧਰਮ ਦੇ ਉੱਤੇ ਕੋਈ ਵਿਸ਼ਵਾਸ ਨਹੀਂ, ਕੋਈ ਅਕੀਦਾ ਨਹੀਂ। ਇਹੋ ਜਿਹੇ ਰਾਜਨੀਤਿਕ ਲੋਕਾਂ ਵਾਸਤੇ ਰੱਬ ਵੀ ਇੱਕ ਬਾਜ਼ਾਰ ਦਾ ਵਿਕਾਊ ਮਾਲ ਹੈ। ਉਹ ਵੇਚ ਸਕਦੇ ਨੇ ਈਮਾਨ ਨੂੰ ਵੀ, ਰੱਬ ਦੇ ਉੱਤੋਂ ਸਭ ਕੁਝ ਕਰ ਸਕਦੇ ਨੇ। ਉਹਨਾਂ ਦੇ ਕੋਈ ਭਰੋਸਾ ਨਹੀਂ, ਕੋਈ ਅਕੀਦਾ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਕ ਹੋਰ ਕਰਮ ਕਰਦੇ ਨੇ। ਜਿੰਨੀਆਂ ਵੀ ਜ਼ਿੰਦਗੀ ਵਿੱਚ ਜੰਗਾਂ ਲੜੀਆਂ ਨੇ, 11 ਜੰਗਾਂ ਹੋਈਆਂ ਨੇ, ਸਾਰਿਆਂ ਦੇ ਚੋਣ ਮੈਦਾਨ ਦੀ ਸਤਿਗੁਰਾਂ ਨੇ ਆਪ ਕੀਤੀ ਹੈ ਵੀ ਜੰਗ ਲੜਨਾ ਕਿੱਥੇ ਹੈ। ਤੇ ਸਿੱਖ ਨੂੰ ਇੱਥੋਂ ਪਤਾ ਲੱਗਦਾ ਹੈ ਵੀ ਦੁਸ਼ਮਣ ਜਦੋਂ ਤਾਕਤ ਵਿੱਚ ਹੁੰਦਾ ਹੈ ਤੇ ਉਹ ਕਈ ਵਾਰ ਉਕਸਾਉਂਦਾ ਹੈ। ਅੱਜ ਵੀ ਉਕਸਾਇਆ ਜਾਂਦਾ ਹੈ, ਫਲਾਣੀ ਥਾਂ ਤੇ ਆ ਜਾਓ ਤੁਹਾਨੂੰ ਦੇਖ ਲੈਂਦੇ ਆ। ਤੇ ਸਿੱਖ ਨੌਜਵਾਨ ਚਲੇ ਵੀ ਜਾਂਦੇ ਨੇ, ਭਾਵੇਂ ਦੁਸ਼ਮਣ ਆਵੇ ਭਾਵੇਂ ਨਾ ਆਵੇ। ਇੱਥੇ ਥੋੜਾ ਜਿਹਾ ਸਮਝਣ ਦੀ ਲੋੜ ਹੈ ਕਿਸ ਵਕਤ ਕਿੱਥੇ ਜਾਣਾ ਹੈ ਤੇ ਕਦੋਂ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਜੰਗਾਂ ਕਰਦੇ ਨੇ, ਪਰ 7ਵੇਂ ਪਾਤਸ਼ਾਹ ਦੇ ਕੋਲ ਫੌਜ ਵੀ ਨੇ, ਘੋੜ ਸਵਾਰ ਵੀ ਨੇ, ਇੱਕ ਵੀ ਜੰਗ ਨਹੀਂ ਲੜਦੇ। ਦੁਸ਼ਮਣ ਹਮੇਸ਼ਾ ਆਪਣੇ ਵੈਰੀ ਨੂੰ ਉਦੋਂ ਵੰਗਾਰਦਾ ਜਦੋਂ ਦੇਖਦਾ ਵੀ ਮੈਂ ਇਹਨੂੰ ਹਰਾ ਸਕਦਾ ਹੈ। ਪਰ ਇਹ ਅੱਗੋਂ ਸਿੱਖਾਂ ਨੇ ਦੇਖਣਾ ਵੀ ਕਦੋਂ ਉਹਨੇ ਵੈਰੀ ਦਾ ਮੁਕਾਬਲਾ ਕਰਨਾ ਹੈ, ਕਿੰਨਾ ਹਾਲਾਤਾਂ ਵਿੱਚ ਕਿੱਥੇ ਕਰਨਾ ਹੈ। ਗੁਰੂ ਗੋਬਿੰਦ ਸਿੰਘ ਏਡੇ ਤਗੜੇ ਜਰਨੈਲ ਨੇ, ਜਦੋਂ ਅੱਜ ਦੁਨੀਆ ਦੇ ਜਰਨੈਲ ਉਹਨਾਂ ਦੀ ਹਿਸਟਰੀ ਪੜ੍ਹਦੇ ਨੇ ਤੇ ਵੱਡੇ ਵੱਡੇ ਆਰਮੀ ਦੇ ਅਫਸਰਾਂ ਦੀਆਂ ਮੂੰਹ ਵਿੱਚ ਉਂਗਲਾਂ ਪੈ ਜਾਂਦੀਆਂ ਵੀ ਏਡੇ ਸੋਹਣੇ ਢੰਗ ਦੇ ਨਾਲ ਮੋਰਚਾਬੰਦੀ ਕਰਦੇ ਸਨ। ਕਿਵੇਂ ਥੋੜੇ ਥੋੜੇ ਸਿੰਘਾਂ ਨੂੰ ਨਾਲ ਲੈ ਕੇ ਏਸ਼ੀਆ ਦੀ ਜੰਮੀ ਹੋਈ ਸਲਤਨਤ ਸਦੀਆਂ ਤੋਂ ਹਰਾ ਕੇ ਸੁੱਟ ਦਿੰਦੇ ਨੇ ਕੁਝ ਸਿੱਖਾਂ ਦੇ ਨਾਲ। ਅੱਲਾ ਯਾਰ ਖਾ ਜੋਗੀ ਇੱਕ ਸ਼ੇਰ ਕਹਿੰਦਾ, ਬੜੇ ਭਾਵਪੂਰਤ ਸ਼ਬਦ ਕਹਿੰਦਾ ਹੈ ਵੀ ਦੇਖੋ ਤਾਂ ਸਹੀ ਗੁਰੂ ਗੋਬਿੰਦ ਸਿੰਘ ਦੇ ਵਿੱਚ ਗੁਣ ਕਿੰਨੇ ਨੇ। ਉਹ ਕਹਿੰਦੇ ਸਚਾਈ ਹੈ ਜੀਵਨ ਦੀ, ਆਦਾ ਨੇ ਕਭੀ ਤੁਝ ਕੋ ਸੰਭਲਨੇ ਨਾ ਦਿਆ ਥਾ। ਆਦਾ ਕਹਿੰਦੇ ਨੇ ਦੁਸ਼ਮਣ ਨੂੰ, ਦੁਸ਼ਮਣ ਨੇ ਤੈਨੂੰ ਕਦੀ ਵੀ ਜ਼ਿੰਦਗੀ ਭਰ ਟਿਕਣ ਨਹੀਂ ਦਿੱਤਾ। ਜਿਉਂ ਤੁਸੀਂ ਪਟਨੇ ਤੋਂ ਚੱਲੇ ਉੱਥੋਂ ਤੁਹਾਡੇ ਵੈਰੀ ਬਣਨੇ ਸ਼ੁਰੂ ਹੋ ਗਏ। आधा ने कभी तुझको संभलने ना दिया था, आराम से पहलू को बदलने ना दिया था। गुरु गोबिंद सिंह महाराज तुहानू कदे आराम दे नाल पासा नहीं पलटन दिता वैरी ने। सच्चाई यह है, एवें नहीं कहंदा योगी, जिस दिन आराम करन वास्ते पासा पलटिया दुश्मन ने उदों भी वक्की विच खंजर मारिया। आराम से पहलू को बदलने ना दिया था, चमन को तेरे फूल ने फलने ना दिया था। अजे तां कुछ साल होए ने अमृत संचार होया, खालसा सजिया, अजे तां तेरा खालसा रिड़ना सिख रहा सी। जदों खालसे दे सिर तो गुरु गोबिंद सिंह महाराज दा साया उठिया है। आखिर पिता है पंथ दा, अगवाई कीती है हर थां पंथ दी, आप अगे होके लड़े ने बचन कहे, गुलशन को तेरे फूल ने फलने ना दिया था, कांटा दिलपुर खून से निकलने ना दिया था। भावें कि तुहाडे कोल फौजा नहीं सन, तुहाडे कोल कोई राज भाग नहीं सी, पर फिर भी इन्हां दुश्मनां ने तुहाडे सीने दे जिगर विचों कदी कंडा नहीं सी निकलन दिता, रिसदा रहिंदा सी। पहाड़ी हारां भी खांदे ने हर वार, पर फिर भी तंग करदे ने। कदी सिखां नूं लुट लिया, कदी किसे नूं कतल कर दिता, कदी हुक्मनामा भेज के तंग करन दा यतन करना, धमकियां देणियां। पर अखीर ते ओह शब्द कहंदा है, गुरु गोबिंद सिंह तुसी किड्डे महान हो, जिस रन में लड़ा तू बेसरो सामान लड़ा तू। तुसी जिस भी मैदान विच लड़े, कोई राजा तुहाडी मदद ते नहीं आया। 100-100 सिंह लिए लाखों पे जा के पड़ा तू। तेरे नाल 100 को सिंह हुंदे सन ते लखां दे नाल अगों मुकाबला हो जांदा सी। गुरु गोबिंद सिंह सच्चे पातशाह महाराज भंगाणी दे युद्ध विच अपनी भूआ दे पुत्रां दे समेत
ਭਾਈ ਸੰਗੋ ਸ਼ਾਹ, ਭਾਈ ਜੀਤ ਮਲ, ਬੀਬੀ ਵੀਰੋ ਦੇ ਸਪੁੱਤਰ ਨੇ। ਲੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਸੈਨਾਪਤੀ ਬਣ ਕੇ ਅਗਵਾਈ ਕੀਤੀ ਹੈ। ਹਜੂਰ ਅੱਜ ਜੰਗ ਜਿੱਤ ਕੇ ਘਰ ਆਏ ਨੇ, ਪਤਾ ਲੱਗਾ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਤੇ ਬਚਨ ਕਹਿੰਦੇ ਨੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮੈਂ ਜਿੱਤਿਆ ਹੈ, ਪਰ ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਮੇਰੇ ਇਸ ਪੁੱਤਰ ਦਾ ਨਾਮ ਹੋਏਗਾ ਅਜੀਤ ਸਿੰਘ, ਜਿਹਨੂੰ ਕੋਈ ਜ਼ਿੰਦਗੀ ਪਰ ਜਿੱਤ ਨਹੀਂ ਸਕੇਗਾ। ਇਹ ਜੰਗ ਜਿੱਤਣ ਤੋਂ ਬਾਅਦ ਨਾਮ ਰੱਖਿਆ ਜਾਂਦਾ ਹੈ। ਇਹ ਤਾਂ ਦਾਸ ਬੇਨਤੀਆਂ ਕਰ ਰਿਹਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਜੂਝਣਾ ਹੈ। ਜਿਸ ਅਜੀਤ ਸਿੰਘ ਨੇ ਹੋਰ ਬੁਲੰਦੀਆਂ ਤੇ ਲੈ ਕੇ ਜਾਣਾ ਹੈ, ਉਹ ਅਜੀਤ ਸਿੰਘ ਦਾ ਜਨਮ ਕਿੱਥੇ ਹੁੰਦਾ ਪਿਆ ਹੈ। ਜਦੋਂ ਜੰਗ ਦੇ ਵਿੱਚ ਹੁੰਦੀ, ਜੰਗ ਦੇ ਵਿੱਚ ਜਨਮ ਹੁੰਦਾ ਹੈ ਤੇ ਜਿੱਤ ਦੀ ਖੁਸ਼ੀ ਵਿੱਚ ਨਾਮ ਰੱਖਿਆ ਜਾਂਦਾ ਅਜੀਤ ਸਿੰਘ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਪਸ ਆਨੰਦਪੁਰ ਸਾਹਿਬ ਆਉਂਦੇ ਨੇ। ਦੁਬਾਰਾ ਨਦਾਉਣ ਦਾ ਯੁੱਧ ਹੁੰਦਾ ਹੈ, ਹੁਸੈਨੀ ਦਾ ਯੁੱਧ ਹੁੰਦਾ ਹੈ। ਬਾਰ-ਬਾਰ ਮੁਗਲਿਆ ਹਕੂਮਤ ਵੱਲੋਂ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਸੱਚ ਨੂੰ ਅੱਜ ਤੱਕ ਕੋਈ ਝੁਕਾ ਨਹੀਂ ਸਕਿਆ। ਕੁਝ ਸਮੇਂ ਲਈ ਛਲਿਆ ਜ਼ਰੂਰ ਜਾ ਸਕਦਾ ਹੈ ਲੋਕਾਂ ਨੂੰ, ਪਰ ਸਮੁੰਦਰ ਦਾ ਇੱਕ ਸੁਭਾਅ ਹੈ, ਜਿਤਨਾ ਵੀ ਕਚਰਾ ਉਹਦੇ ਵਿੱਚ ਸੁੱਟੋ, ਹੌਲੀ ਹੌਲੀ ਉਹਦੀਆਂ ਲਹਿਰਾਂ ਛੱਲਾਂ ਉਸ ਕਚਰੇ ਨੂੰ ਕਿਨਾਰੇ ਤੇ ਲਿਆ ਕੇ ਸੁੱਟ ਦਿੰਦੀਆਂ ਨੇ। ਫਿਰ ਦੁਨੀਆ ਨੂੰ ਸੱਚਾਈ ਪਤਾ ਲੱਗਦੀ ਹੈ ਕਿ ਉਹ ਜਿਹੜੀ ਘਟਨਾ ਇੰਨੇ ਸਾਲ ਪਹਿਲਾਂ ਵਾਪਰੀ ਸੀ, ਉਹਦੇ ਵਿੱਚ ਸੱਚਾ ਕੌਣ ਸੀ ਤੇ ਝੂਠਾ ਕੌਣ ਸੀ। ਖੰਗਾਲ ਦਿੰਦਾ ਸਮੁੰਦਰ ਸਾਰਿਆਂ ਨੂੰ। ਦੁਨੀਆ ਦੇ ਵਿੱਚ ਫਿਰ ਆਉਂਦੇ ਨੇ ਬੁੱਧੀਜੀਵੀ, ਜਿਹੜੇ ਵਿਸ਼ਲੇਸ਼ਣ ਕਰ ਕਰਕੇ ਦੇਖਦੇ ਨੇ ਕਿ ਔਰੰਗਜ਼ੇਬ ਠੀਕ ਸੀ ਕਿ ਗੁਰੂ ਗੋਬਿੰਦ ਸਿੰਘ ਠੀਕ ਸਨ। ਫਿਰ ਪਤਾ ਲੱਗਦਾ ਹੈ ਧੋਖਾ ਕਿਹਨੇ ਦਿੱਤਾ, ਆਪਣੀ ਜਿੱਦ ਕੌਣ ਪਗਾਉਣਾ ਚਾਹੁੰਦਾ ਸੀ। ਇਸੇ ਆਨੰਦਪੁਰ ਦੀ ਧਰਤੀ ਤੇ ਕਦੇ ਰਤਨ ਰਾਏ ਆਉਂਦਾ ਹੈ, ਪ੍ਰਸ਼ਾਦੀ ਹਾਥੀ ਭੇਟਾ ਕਰਦਾ ਹੈ, ਪੰਚ ਕਲਾ ਸ਼ਸਤਰ ਭੇਟਾ ਕਰਦਾ ਹੈ, ਹਰ ਇੱਕ ਕੀਮਤੀ ਵਸਤੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਕੁਰਬਾਨ ਕਰਦਾ ਹੈ। ਬਸ ਇਸੇ ਸ਼ਾਨ ਨੂੰ ਦੇਖ ਕੇ 22 ਧਾਰ ਦੇ ਰਾਜੇ ਈਰਖਾ ਦੀ ਅੱਗ ਵਿੱਚ ਦਿਨ ਰਾਤ ਸੜਦੇ ਨੇ। ਚਿੱਠੀਆਂ ਲਿਖਦੇ ਨੇ ਔਰੰਗਜ਼ੇਬ ਨੂੰ, ਛੇਤੀ ਤੋਂ ਛੇਤੀ ਆਪਣੇ ਸੁਭਾਗੀ ਨੂੰ ਦਬਾਇਆ ਜਾਵੇ। ਚੜ ਕੇ ਆਉਂਦਾ ਹੈ ਇੱਕ ਜਰਨੈਲ ਔਰੰਗਜ਼ੇਬ ਦਾ, ਸੈਦ ਖਾਂ, ਭਰੋਸੇ ਵਾਲਾ ਹੈ, ਸੱਚਾ, ਸੱਚ ਨੂੰ ਪਿਆਰ ਕਰਨ ਵਾਲਾ, ਪਰ ਜੰਗ ਕਰਨ ਵਾਸਤੇ ਆ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਇਹ ਪੀਰ ਬੁੱਧੂ ਸ਼ਾਹ ਦਾ ਰਿਸ਼ਤੇ ਵਿੱਚ ਸਾਲਾ ਲੱਗਦਾ ਹੈ ਤੇ ਪੀਰ ਦੀ ਘਰਵਾਲੀ ਨਸੀਰਾਂ ਬੇਗਮ ਦਾ ਸੱਕਾ ਭਰਾ ਹੈ। ਤੇ ਜਿਸ ਵਕਤ ਇਹਦਾ ਜਨਮ ਹੋਇਆ ਸੀ, ਕੁਝ ਸਮੇਂ ਬਾਅਦ ਇਹਦੇ ਪਿਤਾ ਚੜ੍ਹਾਈ ਕਰ ਗਏ ਸਨ। ਨਸੀਰਾਂ ਬੇਗਮ ਨੇ ਆਪਣੇ ਭਰਾ ਨੂੰ ਆਪ ਪਾਲਿਆ ਸੀ, ਉਮਰ ਵਿੱਚ ਕਾਫੀ ਵੱਡੀ ਸੀ ਤੇ ਬੜਾ ਪਿਆਰ ਕਰਦੀ ਸੀ ਆਪਣੇ ਇਸ ਭਰਾ ਨੂੰ। ਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ, ਛਾਉਣੀ ਬਣਾ ਕੇ ਆਪ ਇਹ ਰਾਤ ਚਲੇ ਗਿਆ ਆਪਣੀ ਭੈਣ ਦੇ ਘਰੇ। ਉਹਨਾਂ ਪੁੱਛਿਆ, ਤੂੰ ਕਿੱਧਰ ਆਏ ਹਨ? ਦੱਸਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਵਾਸਤੇ ਆਇਆ, ਮੈਨੂੰ ਹੁਕਮ ਹੋਇਆ ਹੈ ਜਾਂ ਜਿੰਦਾ ਜਾਂ ਮੁਰਦਾ ਮੈਂ ਪਕੜ ਕੇ ਲਿਆਵਾਂ। ਬੁੱਧੂ ਸ਼ਾਹ ਮੁਸਕਰਾਇਆ, ਕਹਿਣ ਲੱਗਾ, ਤੂੰ ਪਕੜਨਾ ਹੈ ਗੁਰੂ ਨੂੰ? ਕਹਿੰਦਾ, ਹਾਂ ਜ਼ਰੂਰ ਪਕੜਾਂਗਾ। ਕਹਿਣ ਲੱਗੇ, ਜਦੋਂ ਤੇਰੇ ਸਾਹਮਣੇ ਆਉਣਗੇ ਕਿ ਕੰਮ ਕਰੀ, ਪਕੜੀ ਜ਼ਰੂਰ, ਪਰ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਈ। ਸਾਰੀ ਰਾਤ ਪਰਿਵਾਰ ਕੋਲ ਬੈਠਾ ਗੱਲਾਂ ਸੁਣਾਉਂਦਾ ਰਿਹਾ। ਆਨੰਦਪੁਰ ਦੇ ਦਰਬਾਰ ਦੀ ਸ਼ਾਨ ਨੂੰ ਸੁਣਾਉਂਦਿਆਂ ਸੁਣਾਉਂਦਿਆਂ ਉਹਦਾ ਮਨ ਪਿਘਲਣਾ ਸ਼ੁਰੂ ਹੋ ਗਿਆ। ਸੈਦ ਖਾਂ ਮਨ ਵਿੱਚ ਸੋਚਦਾ ਵੀ ਸੱਚਮੁੱਚ ਜੇ ਉਹ ਅੱਲਾ ਦਾ ਨੂਰ ਨੇ, ਫਿਰ ਤਾਂ ਮੇਰੇ ਵੀ ਦਿਲ ਦੀ ਜਾਣਦੇ ਹੋਣਗੇ, ਪਰ ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ? ਮੈਂ ਕਦੀ ਦੇਖਿਆ ਨਹੀਂ ਗੁਰੂ ਗੋਬਿੰਦ ਸਿੰਘ ਨੂੰ। ਆਖਰ ਮੈਂ ਹੁਣ ਜੰਗ ਤਾਂ ਜ਼ਰੂਰ ਕਰਨੀ, ਕਿਉਂਕਿ ਫੌਜਾਂ ਮੇਰੀਆਂ ਘੇਰਾ ਪਾਈ ਬੈਠੀਆਂ ਨੇ। ਇਹ ਸਾਰਾ ਕੁਝ ਕਿਵੇਂ ਹੋਵੇਗਾ? ਨਸੀਰਾਂ ਬੇਗਮ ਨੇ ਕਿਹਾ, ਮੈਂ ਤੈਨੂੰ ਦੱਸਦੀ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਆਉਂਦੇ ਨੇ ਨਾ ਜੰਗ ਦੇ ਮੈਦਾਨ ਵਿੱਚ, ਉਹ ਆਪਣੇ ਸਿੱਖਾਂ ਵਰਗੇ ਹੀ ਲੱਗਦੇ ਨੇ, ਕਿਉਂਕਿ ਉਹਨਾਂ ਨੇ ਭੇਦ ਨਹੀਂ ਰੱਖਿਆ ਆਪਣੇ ਵਿੱਚ ਤੇ ਸਿੱਖਾਂ ਦੇ ਵਿੱਚ। ਉਹ ਆਪੇ ਗੁਰਚੇਲਾ ਦੀ ਮੂਰਤ ਨੇ। ਉਹਦੇ ਸਿੱਖ ਵੀ ਨੀਲੇ ਬਾਣੇ ਵਿੱਚ ਹੁੰਦੇ ਨੇ ਤੇ ਉਹ ਆਪ ਵੀ ਨੀਲਾ ਬਾਣਾ ਹੀ ਪਾਉਂਦੇ ਨੇ। ਪਰ ਇੱਕ ਉਹਨਾਂ ਦੀ ਪਛਾਣ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਖੜੇ ਹੋਣ ਨਾ, ਉਹਨਾਂ ਦੇ ਸਿਰ ਦੇ ਉੱਪਰ ਉਹਨਾਂ ਦਾ ਚਿੱਟਾ ਬਾਜ ਉੱਡਦਾ ਰਹਿੰਦਾ ਹੈ। ਉਹ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਦੀ। ਚਿੱਟਾ ਘੋੜਾ ਉਹਨਾਂ ਦੇ ਕੋਲ ਹੁੰਦਾ ਹੈ, ਚਿੱਟਾ ਬਾਜ ਉਹਨਾਂ ਦੇ ਹੱਥ ਤੇ ਬੈਠਾ ਹੋਏਗਾ। ਹੋਰ ਕਿਸੇ ਦੇ ਸਿੱਖ ਦੇ ਕੋਲ ਬਾਜ ਨਹੀਂ ਹੈ। ਔਰ ਉਹ ਸ਼ਸਤਰਧਾਰੀ ਹੋ ਕੇ ਤੇਰੇ ਸਾਹਮਣੇ ਆਉਣਗੇ ਜਦੋਂ ਵੀ ਆਏ। ਪਹਿਲੇ ਦਿਨ ਦੀ ਜੰਗ ਸਮਾਪਤ ਹੋਈ, ਅਗਲਾ ਦਿਨ ਚੜ੍ਹਿਆ।
ਅੰਮ੍ਰਿਤ ਵੇਲੇ ਅਰਦਾਸ ਕਰਦਾ ਸੈਦ ਖਾਂ ਵੀ ਸੱਚਮੁੱਚ ਜੇ ਅੰਦਰ ਦੀਆਂ ਜਾਣਨ ਵਾਲੇ ਨੇ ਤੇ ਮੈਂ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਬਿਨਾਂ ਸ਼ਸਤਰਾਂ ਤੋਂ ਜੰਗ ਮੈਦਾਨ ਵਿੱਚ ਮੇਰੇ ਸਾਹਮਣੇ ਆਉਣ। ਹੁਣ ਸਤਿਗੁਰੂ ਅੰਦਰ ਦੀਆਂ ਜਾਣਨ ਵਾਲੇ ਨੇ। ਸੈਦ ਖਾਂ ਆਇਆ ਜ਼ਰੂਰ ਹੈ ਰਣ ਮੈਦਾਨ ਦੇ ਵਿੱਚ, ਲੜਨ ਵਾਸਤੇ ਆਇਆ, ਫੌਜਾਂ ਲੜਦੀਆਂ ਪਈਆਂ ਨੇ, ਜੰਗ ਚੱਲਦਾ ਪਿਆ। ਇੰਨੇ ਦੇਰ ਨੂੰ ਇੱਕ ਘੋੜਾ ਆਉਂਦਾ ਹੈ ਜਿਹਦੇ ਉੱਤੇ ਨੀਲੇ ਵਸਤਰ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਬੈਠੇ ਨੇ, ਉੱਪਰ ਉਹਨਾਂ ਦੇ ਸ਼ਾਹੀ ਬਾਜ ਉੱਡਦਾ ਆਉਂਦਾ ਹੈ। ਪਹਿਲੀ ਝਲਕ ਦੇਖੀ ਸੈਦ ਖਾਂ ਨੇ, ਪਹਿਲੀ ਵਾਰੀ ਦਰਸ਼ਨ ਕੀਤਾ। ਸਹਿਜ ਸੁਭਾਈ ਜ਼ੁਬਾਨ ਤੋਂ ਉੱਚੀ ਉੱਚੀ ਪੁਕਾਰ ਕੇ ਕਹਿੰਦਾ, ਖੁਦਾ ਆਇਦ ਜਾਂ ਖੁਦਾ ਕਾ ਬੰਦਾ ਆਇਦ। ਇਹ ਕਿਹੋ ਜਿਹਾ ਜਲਵਾ ਮੈਂ ਦੇਖ ਰਿਹਾ, ਖੁਦਾ ਸੱਚਮੁੱਚ ਆ ਰਿਹਾ ਕਿ ਜਾਂ ਖੁਦਾ ਦਾ ਭੇਜਿਆ ਹੋਇਆ ਕੋਈ ਬੰਦਾ ਆ ਰਿਹਾ ਹੈ। ਇਹ ਤਾਂ ਹੱਦ ਹੋ ਗਈ। ਅੱਗੇ ਵਧਿਆ ਹੈ, ਸੱਚਮੁੱਚ ਆਪਣੀ ਭੈਣ ਦੇ ਬੋਲਾਂ ਨੂੰ ਯਾਦ ਕਰਦਿਆਂ ਪਕੜਿਆ ਜ਼ਰੂਰ ਹੈ ਗੁਰੂ ਗੋਬਿੰਦ ਸਿੰਘ ਨੂੰ, ਪਰ ਚਰਨਾਂ ਤੋਂ ਘੁੱਟ ਕੇ ਪਕੜ ਲਿਆ, ਸ਼ਸਤਰ ਸੁੱਟ ਦਿੱਤੇ। ਕਹਿਣ ਲੱਗਾ, ਗੁਲਾਮ ਤੁਹਾਡੇ ਹਾਜ਼ਰ ਹੈ, ਜਿੱਥੇ ਮਰਜ਼ੀ ਇਹਨੂੰ ਵਰਤ ਲਓ। ਪਾਤਸ਼ਾਹ ਦੀ ਮਦਦ ਕਰਨਾ ਚਾਹੁੰਦਾ ਹੈ, ਰੰਗਜ਼ੇਬ ਦੇ ਵੱਲ ਲੜਨ ਵਾਸਤੇ। ਪਾਤਸ਼ਾਹ ਮੈਂ ਤੁਹਾਡੀ ਮਦਦ ਕਰਾਂਗਾ। ਮਹਾਰਾਜ ਨੇ ਕਿਹਾ, ਨਹੀਂ, ਸਾਨੂੰ ਤੇਰੀ ਮਦਦ ਦੀ ਅਜੇ ਲੋੜ ਨਹੀਂ, ਤੂੰ ਤਾਂ ਪੂਰਬਲੇ ਜਨਮਾਂ ਦਾ ਵਿਛੜਿਆ ਮਿਲਿਆ, ਅਜੇ ਤੇਰੀ ਬੰਦਗੀ ਬਾਕੀ ਹੈ, ਤੂੰ ਖੁਦਾ ਦੀ ਬੰਦਗੀ ਵਿੱਚ ਜੁੜ। ਇਹ ਸੈਦ ਖਾਂ ਨੰਦੇੜ ਦੀ ਧਰਤੀ ਤੱਕ ਗੁਰੂ ਪਾਤਸ਼ਾਹ ਦੇ ਨਾਲ ਰਿਹਾ, ਹਮੇਸ਼ਾ ਹਜ਼ੂਰੀ ਵਿੱਚ ਰਿਹਾ, ਸੇਵਾ ਕਮਾਉਂਦਾ ਰਿਹਾ। ਉਹ ਆਨੰਦਪੁਰ ਦੀ ਧਰਤੀ ਕਰਮਾਂ ਵਾਲੀ, ਜਿੱਥੇ ਇਹੋ ਜਿਹੇ ਇਲਾਹੀ ਜਲਵੇ ਵਾਪਰਦੇ ਰਹੇ, ਜਿੱਥੇ ਚੜ੍ਹ ਕੇ ਆਉਣ ਵਾਲੇ ਦੁਸ਼ਮਣ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕਦੇ ਰਹੇ, ਉਸ ਪਵਿੱਤਰ ਧਰਤੀ ਦਾ ਹਾਲ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦਿਨਾਂ ਵਿੱਚ ਥੋੜਾ ਥੋੜਾ ਸਮਾਂ ਕੱਢ ਕੇ ਵਾਚਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਬਖਸ਼ਿਸ਼ਾਂ ਕਰਨ, ਰਹਿਮਤਾਂ ਕਰਨ, ਸਾਨੂੰ ਸਿੱਖੀ ਕਮਾਉਣ ਦਾ ਬਲ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਵੀ ਆਪਣੀਆਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਦੀਦਾਰ ਕਰ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਪੜ੍ਹਦਿਆਂ, ਕੀਰਤਨ ਸੁਣਦਿਆਂ, ਵਿਚਾਰ ਕਰਦਿਆਂ ਆਪਣੇ ਅੰਦਰ ਅਨੁਭਵ ਦੁਆਰਾ ਦਰਸ਼ਨ ਕਰ ਸਕੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।